ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਦੇਸ਼ ਵਿੱਚ ਅੱਜ ਕੱਲ੍ਹ ਯੂਨੀਫਾਰਮ ਸਿਵਲ ਕੋਡ ਜਾਂ ਇਸ ਨੂੰ ਸਮਾਨ ਨਾਗਰਿਕ ਜ਼ਾਬਤਾ ਵੀ ਕਿਹਾ ਜਾਂਦਾ ਹੈ, ਨਾਗਰਿਕ ਕਾਨੂੰਨ ਵੀ ਕਿਹਾ ਜਾਂਦਾ ਹੈ। ਵੱਖ-ਵੱਖ ਨਾਵਾਂ ਦੇ ਨਾਲ ਵੱਖ-ਵੱਖ ਭਾਸ਼ਾਵਾਂ ਵਿੱਚ ਇਹਦਾ ਉਚਾਰਨ ਹੋ ਰਿਹਾ ਤੇ ਇਸ ਸਾਰੇ ਦੀ ਚਰਚਾ ਵਿੱਚ ਆਉਣ ਦਾ ਮੁੱਖ ਕਾਰਨ ਨਰਿੰਦਰ ਮੋਦੀ ਹੋਣਾ ਵੱਲੋਂ ਵਿਦੇਸ਼ ਦੌਰੇ ਤੋਂ ਬਾਅਦ ਭੋਪਾਲ ਜਾ ਕੇ ਜਦੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਤਾਂ ਉਸ ਦੇ ਵਿੱਚ ਉਹਨਾਂ ਨੇ ਬਕਾਇਦਾ ਇਸ ਦਾ ਐਲਾਨ ਕੀਤਾ ਕਿ ਸਾਡੀ ਸਰਕਾਰ ਇਹ ਲਿਆ ਰਹੀ ਹੈ ਔਰ ਛੇਤੀ ਇਹ ਸਾਰੇ ਦੇਸ਼ ਵਿੱਚ ਲਾਗੂ ਕੀਤਾ ਜਾਏਗਾ। ਤੇ ਉਸ ਦੇ ਲਈ ਉਹਨਾਂ ਨੇ ਬਕਾਇਦਾ ਤੌਰ ਤੇ ਜਿਹੜੀਆਂ ਕਾਰਵਾਈਆਂ, ਜਿਹੜੀ ਪ੍ਰਕਿਰਿਆ 'ਚ ਉਹਨੇ ਲੰਘਣਾ ਉਹ ਸ਼ੁਰੂ ਵੀ ਕਰ ਦਿੱਤੀਆਂ। ਪਾਰਲੀਮਾਨੀ ਕਮੇਟੀ ਵੀ ਇਹਦੇ ਲਈ ਐਕਟਿਵ ਹੋ ਗਈ ਹੈ ਤੇ ਦੂਸਰੇ ਪਾਸੇ ਸਾਰੀ ਵਿਰੋਧੀ ਧਿਰ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੀ ਹੈ। ਕੁਛ ਤਾਂ ਇਸ ਨੂੰ ਬਿਲਕੁਲ ਮੂਲੋਂ ਹੀ ਰੱਦ ਕਰ ਰਹੇ ਆ ਤੇ ਜੇ ਖਾਸ ਕਰਕੇ ਜਿਹੜੇ ਮਿਨੋਰਟੀ ਕਮਿਊਨਿਟੀਜ਼ ਹੈਗੀਆਂ, ਜਿਸ ਤਰ੍ਹਾਂ ਅਸੀਂ ਜੇ ਮੁਸਲਿਮ ਭਾਈਚਾਰੇ ਦੀ ਗੱਲ ਕਰੀਏ, ਸਿੱਖ ਭਾਈਚਾਰੇ ਦੀ ਗੱਲ ਕਰੀਏ, ਤੇ ਕੁਛ ਜਿਹੜੇ ਹੈ ਕਾਂਗਰਸ ਹੈ ਜਿਵੇਂ ਜਾਂ ਹੋਰ ਪੋਲੀਟੀਕਲ ਪਾਰਟੀਆਂ, ਉਹ ਇਸ ਦੇ ਬਾਰੇ ਇਹ ਕਹਿ ਰਹੀਆਂ ਕਿ ਇਹ ਲਾਗੂ ਤਾਂ ਭਾਵੇਂ ਤੁਸੀਂ ਕਰ ਲਓ ਪਰ ਇਹ ਸਾਰਿਆਂ ਦੀ ਸਹਿਮਤੀ ਨਾਲ ਹੋਣਾ ਚਾਹੀਦਾ। ਇੱਕ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਤਾਂ ਸਿੱਧੀ ਇਸ ਦੀ ਹਮਾਇਤ ਕੀਤੀ ਹੈਗੀ ਹੈ। ਸਿਧਾਂਤਕ ਤੌਰ ਤੇ ਉਹਨੇ ਕਿਹਾ ਕਿ ਅਸੀਂ ਇਸ ਨਾਲ ਸਹਿਮਤ ਹਾਂ। ਇੱਕ ਪਾਸਾ ਤਾਂ ਇਹ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਦੋਂ ਉਹਨਾਂ ਦੇ ਆਪਣੇ ਖਾਸ ਕਰਕੇ ਦਿੱਲੀ ਦੀ ਸਰਕਾਰ ਨੂੰ ਕੇਂਦਰ ਦੇ ਨਾਲ ਵਾਸਤਾ ਪੈਂਦਾ ਤੇ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਉਹਨਾਂ ਨੇ ਜਿਹੜੀਆਂ ਸਿਵਲ ਸਰਵਿਸਿਜ਼ ਹੈ ਉਹਨਾਂ ਦੇ ਬਾਰੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੀ ਰੂਲਿੰਗ ਦੇ ਬਾਵਜੂਦ ਇੱਕ ਨੋਟੀਫਿਕੇਸ਼ਨ ਕੀਤਾ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਉਹ ਦੇਸ਼ ਭਰ 'ਚ ਫਿਰ ਕੇ ਵੱਖ-ਵੱਖ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਆਗੂ ਹੈ, CM ਹੈ, ਉਹਨਾਂ ਨੂੰ ਮਿਲ ਕੇ ਉਹਦੇ ਲਈ ਲਾਮਬੰਦੀ ਕਰ ਰਿਹਾ ਕਿ ਕੇਂਦਰ ਸਰਕਾਰ ਜਿਹੜੀ ਹੈ ਰਾਜਾਂ ਨਾਲ ਧੱਕਾ ਕਰ ਰਹੀ ਹੈ। ਸੋ ਇੱਕ ਇਹ ਪੱਖ ਹੈਗਾ ਔਰ ਦੂਸਰਾ ਨਾਲ ਜਿਹੜੀਆਂ ਵੱਖ-ਵੱਖ ਪਾਰਟੀਆਂ ਹੈਗੀਆਂ ਵਿਰੋਧੀ ਧਿਰਾਂ, ਉਹ ਜਦੋਂ ਹੁਣ ਪਟਨਾ ਵਿੱਚ ਇਕੱਠੀਆਂ ਹੋ ਕੇ ਉਹਨਾਂ ਨੇ ਇੱਕ ਐਲਾਨ ਕਰ ਦਿੱਤਾ ਹੈ ਤਾਂ ਉਸ ਐਲਾਨ ਤੋਂ ਬਾਅਦ ਲਗਾਤਾਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਲੀਡਰਸ਼ਿਪ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ, ਉਹਨਾਂ ਪਾਰਟੀਆਂ ਦੇ ਵਿੱਚ ਸੰਨ ਲਾਉਣ ਦੇ ਲਈ, ਉਹਨਾਂ ਪਾਰਟੀਆਂ ਨੂੰ ਤੋੜਨ ਦੇ ਲਈ ਸਰਗਰਮ ਹੋਏ ਆ। ਜਿਸ ਤਰ੍ਹਾਂ ਮਹਾਰਾਸ਼ਟਰ ਦੀ ਉਦਾਹਰਨ ਸਾਹਮਣੇ ਆਈ ਆ, ਹੁਣ ਉਹ ਬਿਹਾਰ ਦੀ ਗੱਲ ਕਰ ਰਹੇ ਆ ਔਰ ਨਾਲ ਚੌਥਾ ਜਿਹੜਾ ਦੇਸ਼ ਦੇ ਪੱਧਰ ਤੇ ਲੋਕ ਸਾਰੇ ਦੇਖ ਰਹੇ ਆ ਕਿ ਪ੍ਰਧਾਨ ਮੰਤਰੀ ਚੁੱਪ ਕਿਉਂ ਨੇ। ਮਣੀਪੁਰ 'ਚ ਜਿਹੜੀ ਹਿੰਸਾ ਹੋ ਰਹੀ ਹੈ, ਮਣੀਪੁਰ 'ਚ ਜੋ ਕੁਝ ਵਾਪਰ ਰਿਹਾ ਲਗਭਗ ਪਿਛਲੇ 2 ਮਹੀਨੇ ਤੋਂ, ਇਹ ਸਾਰੀ ਜਿਹੜੀ ਸਥਿਤੀ ਦੇਸ਼ ਦੇ ਅੰਦਰ ਬਣੀ ਆ, ਇਹ ਇੱਕ ਕਿਸ ਤਰ੍ਹਾਂ ਦਾ ਜਿਹੜਾ ਦ੍ਰਿਸ਼ ਤੇ ਕਿਸ ਤਰ੍ਹਾਂ ਦੀ ਦਿਸ਼ਾ ਜਿਹੜੀ ਹੈ ਉਹ ਦੇਸ਼ ਨੂੰ ਦਿਖਾ ਰਹੀ ਹੈ, ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਅੱਜ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਹਮੀਤ ਸਿੰਘ, ਜਿਹੜੇ ਕਿ ਖਾਸ ਕਰਕੇ ਜਿਹੜੀ ਖੇਤਰੀ ਰਾਜਨੀਤੀ, ਕੌਮੀ ਰਾਜਨੀਤੀ ਤੇ ਖੇਤੀਬਾੜੀ ਨਾਲ ਜੁੜੇ ਤੇ ਕਿਸਾਨ ਅੰਦੋਲਨ ਨਾਲ ਜੁੜੇ ਮਾਮਲਿਆਂ ਦੇ ਉੱਤੇ ਬੜੀ ਨੇੜਿਓਂ ਨਜ਼ਰ ਰੱਖਦੇ ਆ, ਤਾਂ ਉਹਨਾਂ ਦੀ ਇਹਨਾਂ ਸਾਰੀਆਂ ਘਟਨਾਵਾਂ ਬਾਰੇ ਇੱਕ ਆਪਣੀ ਰਾਏ ਹੈ ਕਿ ਇਹ ਜੋ ਕੁਝ ਵੀ ਵਾਪਰ ਰਿਹਾ ਇਸ ਵੇਲੇ, ਚਾਹੇ ਆਮ ਆਦਮੀ ਪਾਰਟੀ ਦੀ ਕੀ ਭੂਮਿਕਾ ਹੈ, ਬਾਕੀ ਵਿਰੋਧੀ ਪਾਰਟੀਆਂ ਦੀ ਕੀ ਭੂਮਿਕਾ ਹੈ, ਕਾਂਗਰਸ ਕੀ ਕਰ ਰਹੀ ਹੈ ਤੇ ਕੇਂਦਰ ਸਰਕਾਰ ਕੀ ਕਰ ਰਹੀ ਹੈ, ਉਸ ਦੇ ਉੱਤੇ ਉਹਨਾਂ ਦੀ ਇੱਕ ਆਪਣੀ ਰਾਏ ਹੈ। ਹਮੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਜੀ। ਹਮੀਤ ਸਿੰਘ ਜੀ, ਤੁਸੀਂ ਜੋ ਹੁਣ ਦੇਸ਼ ਦੇ ਵਿੱਚ ਵਾਪਰ ਰਿਹਾ, ਅਸੀਂ ਪਹਿਲਾਂ ਇਸੇ ਗੱਲ ਨੂੰ ਹੀ ਲਵਾਂਗੇ ਕਿ ਜਿਹੜਾ ਸਮਾਨ ਜਿਹੜੀ ਹੈ ਨਾਗਰਿਕ ਕਾਨੂੰਨ ਦੀ ਗੱਲ ਹੈ ਜਾਂ ਸਮਾਨ ਨਾਗਰਿਕ ਜ਼ਾਬਤੇ ਦੀ ਉਹਨੂੰ ਵੀ ਕਿਹਾ ਜਾਂਦਾ ਹੈ, ਇਸ ਦੇ ਬਾਰੇ ਕੀ ਸੋਚਦੇ ਹੋ ਕਿ ਇਹ ਇਸ ਵੇਲੇ ਜਦੋਂ ਹੁਣ ਚੋਣਾਂ ਸਿਰ ਤੇ ਆ, 2024 ਦੀਆਂ ਲੋਕ ਸਭਾ ਚੋਣਾਂ ਤੇ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਸਿਰ ਤੇ ਹੈ, ਤੇ ਉਸ ਮੌਕੇ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਗੱਲ ਨੂੰ ਕਿਉਂ ਅੱਗੇ ਲਿਆਉਣਾ ਪੈ ਰਿਹਾ ਜਦੋਂ ਕਿ ਲੋਕ ਬੇਰੁਜ਼ਗਾਰੀ ਦੀ ਗੱਲ ਕਰ ਰਹੇ ਆ, ਮਹਿੰਗਾਈ ਦੀ ਗੱਲ ਕਰ ਰਹੇ ਆ ਔਰ ਜਿਸ ਤਰ੍ਹਾਂ ਦੀ ਹਿੰਸਾ ਦੇਸ਼ ਦੇ ਵਿੱਚ ਫਿਰਕੂ ਤਣਾਅ ਬਣ ਰਿਹਾ ਉਸ ਦੀ ਗੱਲ ਕਰ ਰਹੇ। ਅਸਲ ਦੇ ਵਿੱਚ ਦੇਸ਼ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ, ਬੇਸਿਕ ਸਮੱਸਿਆਵਾਂ, ਉਹ ਲਗਾਤਾਰ ਉਹ ਹੋਰ ਵੱਧਦੀਆਂ ਜਾ ਰਹੀਆਂ ਨੇ, ਗਹਿਰਾ ਹੁੰਦਾ ਜਾ ਰਿਹਾ ਸੰਕਟ, ਜਿਹਦੇ ਕਰਕੇ ਜਿਵੇਂ ਤੁਸੀਂ ਦੇਖੋ ਕਿ ਬੇਰੁਜ਼ਗਾਰੀ ਦਾ ਜਿਹੜਾ ਮਾਮਲਾ ਹੈ ਉਹ ਸਭ ਤੋਂ ਸੀਰੀਅਸ ਹੈ। ਪਿਛਲੇ ਸਾਲਾਂ ਦੇ ਦੌਰਾਨ ਹੋ ਰਿਹਾ, ਲਗਾਤਾਰ ਫੈਕਟਸ ਫਿਗਰ ਜਾ ਰਹੇ ਨੇ ਸਭ ਦੇ ਸਾਹਮਣੇ, ਜਿਹੜੀਆਂ ਰਿਪੋਰਟਾਂ ਨੇ। ਦੂਸਰੀ ਗੱਲ ਇਹ ਵੀ ਸਭ ਦੇ ਸਾਹਮਣੇ ਇੱਕ ਚੀਜ਼ਾਂ ਨੇ ਕਿ ਜਿਹੜੇ ਅੰਦੋਲਨ ਹੋ ਰਹੇ ਨੇ, ਜਿਵੇਂ ਕਿਸਾਨੀ ਦਾ ਕ੍ਰਾਈਸਿਸ ਹੈ, ਖੇਤੀ ਦਾ,
ਉਹ ਵੱਡਾ ਕਿਸਾਨ ਅੰਦੋਲਨ ਵੀ ਉਹਦਾ ਇੱਕ ਬਿੰਬ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ। ਅਜੇ ਉਹ ਚੀਜ਼ਾਂ, ਚਾਹੇ MSP ਦਾ ਕੁਐਸਚਨ ਹੋਵੇ, ਕ੍ਰੌਪ ਡਾਇਵਰਸਿਫਿਕੇਸ਼ਨ ਦੇ ਸਵਾਲ ਹੋਣ, ਕਿਸਾਨਾਂ ਨੂੰ ਹੋਰ ਜਿਹੜੀਆਂ ਸਹੂਲਤਾਂ ਦਾ ਕੁਐਸਚਨ ਹੈ, ਉਹ ਅਜੇ ਵੀ ਕੋਈ ਗੱਲ ਕਿਸੇ ਤਰਪਤਰ ਲੱਗਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਉਧਰ ਕੋਈ ਪਾਲਿਸੀ ਨਹੀਂ ਬਿਲਡ ਹੋ ਰਹੀ। ਔਰ ਇਹਦੇ ਤੋਂ ਇਲਾਵਾ ਜਿਹੜਾ ਦੇਸ਼ ਦੇ ਵਿੱਚ ਸੈਂਟਰਲਾਈਜੇਸ਼ਨ ਦਾ ਦੌਰ ਹੈ, ਉਹਦੇ ਤੋਂ ਕਿੰਨੀਆਂ ਸਟੇਟਾਂ ਪਰੇਸ਼ਾਨ ਨੇ, ਪਾਰਟੀਆਂ ਪਰੇਸ਼ਾਨ ਨੇ ਵੱਖ-ਵੱਖ ਟਾਈਪ ਦੀਆਂ, ਕਿਉਂਕਿ ਤੁਸੀਂ ਤਾਕਤ ਇਕੱਠੀ ਕਰੀ ਜਾ ਰਹੇ ਹੋ ਤੇ ਉਹਦੇ ਨਾਲ ਲੜਾਈ ਹੋਰ ਹੋ ਰਹੀ ਹੈ। ਤੇ ਇੱਕ ਤੁਸੀਂ ਬਾਕੀ ਵਿਰੋਧੀਆਂ ਦੇ ਖਿਲਾਫ ਜਦੋਂ ਕੋਈ ਆਵਾਜ਼ ਉਠਾਉਂਦਾ, ਉਹ ਪਾਰਟੀ ਉਠਾਵੇ ਜਾਂ ਕੋਈ ਹੋਰ, ਉਹਦੇ ਖਿਲਾਫ ਏਜੰਸੀਆਂ ਦੀ ਜਿਹੜੀ ਵਰਤੋਂ ਹੈ, ਉਹ CBI ਹੋਵੇ, ਮਤਲਬ ਡਿਫਰੈਂਟ ਟਾਈਪ ਦੀਆਂ ਹੋਰ ਏਜੰਸੀਆਂ, ਇਨਕਮ ਟੈਕਸ ਵਾਲੀਆਂ ਹੋਣ ਜਾਂ ਜਿਹੜੀਆਂ ਜਿੰਨੀਆਂ ਵੀ ਇੱਕ ਮਨੀ ਲਾਂਡਰਿੰਗ ਨਾਲ ਜੁੜੀਆਂ ਹੋਈਆਂ ਵੱਖ-ਵੱਖ ਏਜੰਸੀ ਜਿਹਨੇ, ਉਹ ਸਭ ਦਾ ਤੁਹਾਡੇ ਸਾਹਮਣੇ ਵੱਖ-ਵੱਖ ਵਿਰੋਧੀ ਧਿਰਾਂ ਦਾ ਸਵਾਲ ਹੈ। ਔਰ ਵਿਰੋਧੀ ਧਿਰਾਂ ਇਹ ਕਹਿੰਦੀਆਂ ਨੇ ਵੀ ਜਿਹੜਾ BJP ਚਲਾ ਜਾਂਦਾ ਹੈ, ਉਹ ਦੁੱਧ ਧੋਤਾ ਹੋ ਜਾਂਦਾ, ਤੇ ਬਾਕੀਆਂ ਦੇ ਖਿਲਾਫ ED ਵਗੈਰਾ ਸਾਰੇ ਉਹ ਪਈਆਂ ਰਹਿੰਦੀਆਂ ਨੇ। ਉਸ ਸਾਰੇ ਮਾਹੌਲ ਦੇ ਵਿੱਚ ਫਿਰ ਹੁਣ ਕੀ ਹੋਇਆ ਕਿ ਇੱਕ ਆਪੋਜੀਸ਼ਨ ਜਿਹੜੀ ਮਜਬੂਰ ਹੋਈ ਹੈ ਵੱਖ-ਵੱਖ ਹੋਣ ਦੇ ਬਾਵਜੂਦ ਇਕੱਠੀ ਹੋਣ ਲਈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਦੇਸ਼ ਦੇ ਵਿੱਚ ਇੱਕ ਬੜਾ ਵੱਡਾ ਵਰਤਾਰਾ ਵਾਪਰ ਰਿਹਾ, ਔਰ ਇਹਦੇ ਚ ਸਾਡਾ ਰੋਲ ਕੀ ਹੋਏਗਾ, ਕੱਲੇ-ਕੱਲੇ ਕੁੱਟ ਖਾਣੀ ਹੈ, ਕੱਲੇ-ਕੱਲੇ ਲੜਨਾ ਹੈ, ਜਾਂ BJP ਦੇ ਨਾਲ ਮੁਕਾਬਲਾ ਕਰਨਾ ਹੈ ਕਿਸੇ ਠੀਕ ਮਾਮਲੇ ਚ। ਕੁਝ ਘਟਨਾਵਾਂ ਪਿਛਲੀਆਂ ਚੋਣਾਂ ਦੇ ਦੌਰਾਨ ਵਾਪਰੀਆਂ ਨੇ। ਪਹਿਲਾਂ ਵੈਸਟ ਬੰਗਾਲ ਦੀ ਵਾਪਰੀ ਸੀ, ਪੱਛਮੀ ਬੰਗਾਲ ਦੀ। ਪੱਛਮੀ ਬੰਗਾਲ ਨੇ ਸਾਬਤ ਕੀਤਾ ਸੀ ਕਿ ਜਿਹੜਾ BJP ਦਾ ਘੋੜਾ ਹੈ ਜੇਤੂ, ਇਹਨੂੰ ਰੋਕਿਆ ਜਾ ਸਕਦਾ, ਐਸੀ ਕੋਈ ਗੱਲ ਨਹੀਂ, ਪਰ ਕੋਈ ਲੜਨ ਵਾਲਾ ਚਾਹੀਦਾ ਤੇ ਉਸ ਤਰੀਕੇ ਦੇ ਨਾਲ ਲੜਾਈ ਲੜੀ ਜਾਣੀ ਚਾਹੀਦੀ ਹੈ। ਫਿਰ ਹੁਣ ਹਿਮਾਚਲ ਪ੍ਰਦੇਸ਼ ਤੇ ਖਾਸ ਤੌਰ ਤੇ ਕਰਨਾਟਕਾ ਦੀ ਚੋਣ ਜਿਸ ਢੰਗ ਨਾਲ ਹੋਈ ਹੈ, ਤੇ ਉਹਦੇ ਚੋਂ ਇਹ ਇੱਕ ਮਾਹੌਲ ਫਿਰ ਬਣਿਆ ਕਿ BJP ਹਾਰ ਸਕਦੀ ਹੈ। ਤੇ BJP ਨੂੰ ਵੀ ਇਹ ਲੱਗਿਆ ਕਿ ਜਿਹੜਾ ਉਹਨਾਂ ਦਾ ਪੁਰਾਣਾ ਏਜੰਡਾ ਹੈ, ਜਿਹੜੀ ਜੁਮਲੇਬਾਜ਼ੀ ਲੋਕ ਕਹਿੰਦੇ ਨੇ ਜਿਹਨੂੰ ਕਿ ਸਬਕਾ ਸਾਥ ਸਬਕਾ ਵਿਕਾਸ, ਇਕਨੋਮਿਕ ਡਿਵੈਲਪਮੈਂਟ ਬਹੁਤ ਹੋ ਗਈ, ਅਸੀਂ ਰੁਜ਼ਗਾਰ ਬਹੁਤ ਦੇਤਾ, ਅਸੀਂ ਸਿਲੰਡਰ ਦੇ ਰਹੇ ਹਾਂ, ਅਸੀਂ ਬਾਕੀ ਚੀਜ਼ਾਂ ਦੇ ਰਹੇ ਹਾਂ, ਜਿੰਨੀਆਂ ਵੀ ਮਾਮਲੇ ਸੀ। ਤੇ ਇੱਕ ਹੋਰ ਜਿਹੜਾ ਉਹਨਾਂ ਨੇ ਕੀਤਾ ਕਿ ਨਰਿੰਦਰ ਮੋਦੀ ਆਉਣ ਨਾਲ ਦੁਨੀਆ ਭਰ ਦੇ ਵਿੱਚ ਭਾਰਤ ਦਾ ਨਾਮ ਬਹੁਤ ਉੱਚਾ ਹੋ ਗਿਆ, ਇਹ $5 ਟ੍ਰਿਲੀਅਨ ਦੀ ਇਕਨੋਮੀ ਬਣ ਗਈ। ਵਿਸ਼ਵ ਉਹ ਗੁਰੂ ਸਾਰੀਆਂ ਬਣ ਰਿਹਾ ਚੀਜ਼ਾਂ ਨੇ, ਭਾਰਤ ਵਿਸ਼ਵ ਹਾਂ, ਗੁਰੂ ਬਣ ਵਿਸ਼ਵ ਰਿਹਾ। ਗੁਰੂ ਬਣ ਰਿਹਾ। ਉਹ ਸਾਰੀਆਂ ਚੀਜ਼ਾਂ ਦੇ ਅਸਰ ਨਹੀਂ ਕੀਤਾ, ਮਤਲਬ ਹਾਲਾਂਕਿ ਉਹ ਸਾਰੀਆਂ ਚੀਜ਼ਾਂ ਨੂੰ ਨੈਸ਼ਨਲ ਮੀਡੀਆ ਪ੍ਰਚਾਰ ਰਿਹਾ। ਮੇਨਲੀ ਨੈਸ਼ਨਲ ਮੀਡੀਆ ਦਾ ਵੱਡਾ ਹਿੱਸਾ ਜਿਹੜਾ ਜਿਹਨੂੰ ਮਤਲਬ ਨਾਮ ਬੜੇ ਲੰਮੇ ਸਮੇਂ ਤੋਂ ਇੱਕ ਪ੍ਰਚਲਿਤ ਹੋ ਗਿਆ ਗੋਦੀ ਮੀਡੀਆ ਦੇ ਰੂਪ ਦੇ ਵਿੱਚ, ਉਹ ਉਹਨੂੰ ਪ੍ਰਚਾਰ ਰਿਹਾ। ਔਰ ਇਸੇ ਕਰਕੇ ਤੁਸੀਂ ਦੇਖੋ ਕਿ ਘਟਨਾਵਾਂ ਟੈਕਲ ਨਹੀਂ ਹੋ ਰਹੀਆਂ। ਮਨੀਪੁਰ ਨੂੰ ਕਿੰਨਾ ਚਿਰ ਹੋ ਗਿਆ, ਕਿੰਨੀਆਂ ਮੌਤਾਂ ਹੋ ਗਈਆਂ, ਕਿੰਨਾ ਹਾਲਾਤ ਬਦਤਰ ਨੇ। ਔਰ ਦੂਜੇ ਰਾਜਾਂ ਦੀਆਂ ਸਰਕਾਰਾਂ ਜਿਹੜੀਆਂ ਚੰਗੀਆਂ ਭਲੀਆਂ ਚੱਲ ਰਹੀਆਂ ਨੇ, ਉਹਨਾਂ ਨੂੰ ਤਾਂ ਤੋੜ ਰਹੀ ਹੈ BJP, ਆਪਣੀ ਰਾਜ ਬਣਾ ਰਹੀ ਹੈ। ਮਨੀਪੁਰ ਦੇ ਵਿੱਚ ਆਪਣੀ ਸਰਕਾਰ ਹੈ ਤੇ ਇੰਨਾ ਜ਼ਿਆਦਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੈ, ਭਾਰਤ ਪ੍ਰਧਾਨ ਮੰਤਰੀ ਖਾਮੋਸ਼ ਨੇ ਤੇ ਕੋਈ ਗੱਲ ਨਹੀਂ ਹੋ ਰਹੀ ਕਿਸੇ ਰੂਪ ਦੇ ਵਿੱਚ ਵੀ। ਤਾਂ ਇਹੋ ਜਿਹੇ ਹਾਲਾਤ ਦੇ ਵਿੱਚ ਮੇਰੇ ਖਿਆਲ ਉਹਨਾਂ ਨੂੰ ਇਹ ਸੁਝਿਆ ਕਿ BJP ਕੋਲ ਤਾਂ ਇੱਕੋ ਇੱਕ ਤਰੀਕਾ ਹੈ 2024 ਲੜਨ ਦਾ, ਉਹ ਹੈ ਪੋਲਰਾਈਜੇਸ਼ਨ, ਮੈਜੋਰਿਟੇਰੀਅਨ ਜਾਂ ਜਿਹੜਾ ਬਹੁਗਿਣਤੀਵਾਦ ਦਾ ਇੱਕ ਫੰਡਾ ਸ਼ੁਰੂ ਤੋਂ ਲੈ ਕੇ ਆਏ। ਔਰ ਤੁਸੀਂ ਦੇਖੋ ਕਿ ਬਹੁਗਿਣਤੀਵਾਦ BJP ਦਾ ਆਈਡੀਓਲੋਜੀਕਲ ਮੇਨ ਸਲੋਗਨਾਂ ਦੇ ਵਿੱਚੋਂ ਇੱਕ ਹੈ। ਤਿੰਨ ਮੇਨ ਪੁਆਇੰਟ ਸੀਗੇ। ਪਹਿਲਾ ਪੁਆਇੰਟ ਉਹਨਾਂ ਦਾ ਸੀ ਰਿਹਾ ਹਮੇਸ਼ਾ ਹੀ, ਜਿੰਨਾ ਚਿਰ ਉਹਨਾਂ ਦੀ ਪੂਰੀ ਮੈਜੋਰਿਟੀ ਨਹੀਂ ਸੀ, ਉਹਨਾਂ ਨੂੰ ਅਲਾਇੰਸ ਕਰਨੇ ਪਏ, ਉਹਨਾਂ ਚਿਰ ਤਿੰਨੋਂ ਮੁੱਦੇ ਠੰਡੇ ਵਾਸਤੇ ਚ ਪਾਏ ਗਏ। ਨੰਬਰ 1, ਧਾਰਾ 370 ਖਤਮ ਕਰਕੇ ਜੰਮੂ ਕਸ਼ਮੀਰ ਦੇ ਵਿੱਚੋਂ ਮਤਲਬ ਐਕਸ਼ਨ ਕਰਨਾ। ਨੰਬਰ 2, ਉਹਦੇ ਵਿੱਚ ਜਿਹੜਾ ਕਾਮਨ ਸਿਵਲ ਕੋਡ ਜਿਹੜਾ ਆ ਵੀ ਸੀ। ਨੰਬਰ 3, ਜਿਹੜਾ ਰਾਮ ਮੰਦਿਰ ਬਣਾਉਣ ਦਾ ਜਿਹੜਾ ਸਵਾਲ ਸੀ। ਇਹ ਤਿੰਨ ਉਹਨਾਂ ਦੇ ਬੇਸਿਕ ਸਟਰਕਚਰ ਦੇ ਇਸ਼ੂ ਰਹੇ, ਜਿਹੜੇ ਤਿੰਨ ਇਸ਼ੂ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੈਜੋਰਿਟੀ ਨੂੰ ਖੁਸ਼ ਕਰਨ ਲਈ, ਮੈਜੋਰਿਟੀ ਨੂੰ ਇਹ ਦੱਸਣ ਦੇ ਲਈ ਕਿ ਇਹ ਇੱਕ ਹਿੰਦੂਤਵ ਰਾਜ, ਹਿੰਦੂ ਰਾਸ਼ਟਰ ਅਸੀਂ ਬਣਾਉਣ ਵੱਲ ਚੱਲੇ ਹਾਂ, ਚਾਹੇ ਉਹਨਾਂ ਨੂੰ ਰੁਜ਼ਗਾਰ ਮਿਲੇ ਨਾ ਮਿਲੇ, ਰੋਟੀ ਮਿਲੇ ਨਾ ਮਿਲੇ। ਇੱਕ ਇਹ ਪ੍ਰਾਈਡ ਦਿੱਤਾ ਕਿ ਰਾਜ ਤੁਹਾਡਾ ਹੈ ਹੁਣ। ਔਰ ਇਹ ਜਿਹੜਾ ਇੱਕ ਮਾਨਸਿਕਤਾ ਬਣਦੀ ਹੈ, ਇਹਨੇ ਪਿਛਲੇ ਲੰਮੇ ਸਮੇਂ ਤੋਂ ਇੱਕ ਲੈਵਲ ਦੀ ਪੋਲਰਾਈਜੇਸ਼ਨ ਕੀਤੀ ਹੈ, ਖੇਮੇਬੰਦੀ ਕੀਤੀ ਹੈ, ਜਿਹਦੇ ਚ ਹੁਣ ਲਗਭਗ 18-20 ਕਰੋੜ ਮੁਸਲਿਮ, ਜੇ ਕਹੀਏ ਕਿ ਸਿਆਸੀ ਸੱਤਾ ਚ ਹਿੱਸੇਦਾਰੀ ਦੇ ਤੌਰ ਤੇ ਉਹ ਬਿਲਕੁਲ ਗਾਇਬ ਹੈ, ਉਹਦੀ ਹਿੱਸੇਦਾਰੀ ਨਹੀਂ ਹੈ ਇਸ ਸਾਰੇ ਮਾਮਲੇ ਚ, ਕਿਉਂਕਿ BJP ਕੋਲ 303 ਲੋਕ ਸਭਾ ਦੇ ਵਿੱਚ ਨੇ ਤੇ 100 ਦੇ ਕਰੀਬ ਰਾਜ ਸਭਾ ਚ, 400 ਦੇ ਵਿੱਚੋਂ ਇੱਕ ਵੀ ਨਹੀਂ ਹੈ ਕੋਈ MP, ਮਤਲਬ ਮੁਸਲਮ ਦੇ ਵਿੱਚ ਜਿਹੜਾ ਸਾਡੇ ਸਾਹਮਣੇ ਆਉਂਦਾ। ਫਿਰ ਬਲਡੋਜ਼ਰ ਕਲਚਰ ਆਇਆ, ਸਾਰਾ ਕੁਝ ਆਇਆ, ਕਦੇ ਲਵ ਜਿਹਾਦ, ਕਦੇ ਕੋਈ ਤਰੀਕੇ, ਇਹ ਸਾਰੇ ਵਰਤੇ ਗਏ ਕਿਸ ਤਰ੍ਹਾਂ ਲਿੰਚਿੰਗ ਵਾਲਾ ਆਇਆ, ਲਿੰਚਿੰਗ ਵਾਲਾ। ਹਾਂ, ਲਿੰਚਿੰਗ ਵੀ ਉਸੇ ਦਾ ਹੀ ਹਿੱਸਾ ਬਿਲਕੁਲ ਚੱਲਿਆ। ਹੁਣ ਉਹ ਚੀਜ਼ਾਂ ਵੀ ਹੌਲੀ ਹੌਲੀ
ਉਹ ਇੰਨੇ ਕੁਝ ਦੇ ਬਾਵਜੂਦ ਜਦੋਂ ਚੋਣਾਂ ਹਾਰਨ ਲੱਗ ਗਏ ਤਾਂ ਉਹਨਾਂ ਨੂੰ ਲੱਗਿਆ ਵੀ ਹੁਣ ਕਿਹੜਾ ਰਹਿੰਦਾ ਮੁੱਦਾ ਜਿਹੜੇ ਮੁੱਦੇ ਨੂੰ ਦੁਬਾਰਾ ਉਭਾਰਿਆ ਜਾਏ। ਉਹਦੇ ਚੋਂ ਮੈਨੂੰ ਲੱਗਦਾ ਕਿ ਯੂਨੀਵਰਸਲ ਸਿਵਲ ਕੋਡ, ਜਿਹਨੂੰ ਆਪਾਂ ਮਤਲਬ ਇਹ ਕਹਿੰਦੇ ਆ ਸਮਾਨ ਨਾਗਰਿਕ ਜਾਬਤਾ ਕਹੋ ਜਾਂ ਸਾਂਝਾ ਸਿਵਲ ਕੋਡ ਕਹੋ, ਉਹ ਲਿਆਂਦਾ ਗਿਆ। ਹਾਲਾਂਕਿ ਉਹਦੀ ਕੋਈ ਲੋੜ ਨਹੀਂ ਹੈ। ਉਹਦੀ ਲੋੜ ਇਸ ਕਰਕੇ ਨਹੀਂ, ਕਿਤੇ ਉਹ ਮੁੱਦਾ ਨਹੀਂ ਉੱਠ ਰਿਹਾ ਸੀ, ਕਿਸੇ ਕਮਿਊਨਿਟੀ ਵੱਲੋਂ ਨਹੀਂ ਸੀ ਉੱਠ ਰਿਹਾ, ਕਿਤੇ ਉਹਦੀ ਚਰਚਾ ਨਹੀਂ ਸੀ। ਜਾਂ ਤਾਂ ਇਹ ਹੁੰਦਾ ਨਾ ਕਿ ਹੁਣ ਇਹ ਲੋੜ ਪੈਦਾ ਹੋ ਗਈ ਹੈ, ਇਹਦੇ ਚੋਂ ਰਿਐਕਟ ਕੀਤਾ ਕਿਤੇ ਕੋਈ ਮੰਗ ਕਰਦਾ ਹੋਵੇ, ਕਿਤੇ ਕੋਈ ਮੰਗ ਨਹੀਂ। ਪ੍ਰਧਾਨ ਮੰਤਰੀ ਜਾਂਦੇ ਨੇ, ਆਪਣੇ ਜਿਹੜੇ ਬੂਥ ਲੈਵਲ ਦੇ ਵਰਕਰ ਨੇ ਉਹਨਾਂ ਨੂੰ ਸੰਬੋਧਨ ਕਰਨ ਜਾਂਦੇ ਨੇ ਤੇ ਉੱਥੇ ਜਾ ਕੇ ਇਹ ਫੈਸਲਾ ਕਰਦੇ ਨੇ ਕਿ ਹੁਣ ਕਾਮਨ ਸਿਵਲ ਕੋਡ ਜਿਹੜਾ ਹੈ ਇੱਧਰ ਆਪਾਂ ਲਿਆਉਣਾ ਹੈ, ਦੇਸ਼ ਨੂੰ ਇਕਜੁੱਟ ਕਰਨਾ ਹੈ, ਇਕਸੁਰ ਕਰਨਾ ਹੈ, ਬਿਲਕੁਲ ਵਖਰੇਵੇਂ ਖਤਮ ਕਰ ਦੇਣੇ ਨੇ। ਇਸ ਪਾਸੇ ਵੱਲ ਚੱਲਣਾ ਸ਼ੁਰੂ ਹੋ ਗਿਆ ਕੰਮ। ਉਸੇ ਦਿਨ ਤੋਂ ਮੀਡੀਆ 'ਚ ਡਿਬੇਟਾਂ ਸ਼ੁਰੂ ਹੋ ਗਈਆਂ ਇਸੇ ਮੁੱਦੇ ਦੇ ਉੱਤੇ। ਉਸੇ ਦਿਨ ਤੋਂ ਐਂ ਲੱਗਣ ਲੱਗ ਗਿਆ ਕਿ ਇਹੀ ਇੱਕੋ ਇੱਕ ਮੁੱਦਾ ਹੈ ਜੀ ਦੇਸ਼ ਦਾ, ਬਾਕੀ ਮੁੱਦੇ ਤਾਂ ਪਤਾ ਨਹੀਂ ਹੁਣ ਹੱਲ ਹੋ ਗਏ ਜਾਂ ਕਿੱਧਰ ਚਲੇ ਗਏ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਕਰਕੇ ਇਹਦੇ ਪਿੱਛੇ ਰੋਲ ਆਫ ਪੋਲੀਟੀਕਲ ਇੱਕ ਖਾਹਿਸ਼ ਹੈ ਜਿਹੜੀ ਦਿਖਦੇ ਗ੍ਰਾਫ ਨੂੰ ਬੀਜੇਪੀ ਦੇ ਨੂੰ ਤੇ ਆਪੋਜੀਸ਼ਨ ਦੀ ਹੋ ਰਹੀ ਏਕਤਾ ਦੇ ਡਰ ਤੋਂ ਕਿ ਬੀਜੇਪੀ ਦੀ ਜਿਹੜੀ ਗਰਾਊਂਡ ਜਿਹੜੀ ਜਾ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ 2024 ਦੀਆਂ ਚੋਣਾਂ ਦੇ ਵਿੱਚ, ਔਰ ਉਹ ਇਹ ਪੋਲਰਾਈਜੇਸ਼ਨ ਦੇ ਵੱਲ ਵਧਣ ਦਾ ਇੱਕ ਤਰੀਕਾਕਾਰ ਹੈ। ਹਾਲਾਂਕਿ ਇੱਕ ਰਾਏ ਮੰਗੀ ਗਈ ਹੈ, ਅਜੇ ਲਾਅ ਕਮਿਸ਼ਨ ਨੇ ਪੂਰੀ ਤਰ੍ਹਾਂ ਗੱਲ ਕਰਨੀ ਹੈ। ਹਜੇ ਸਾਰੀਆਂ ਆਪੋਜੀਸ਼ਨ ਪਾਰਟੀਆਂ ਜਿਵੇਂ ਕਪਿਲ ਸਿੱਬਲ ਇੱਕ ਸਟੈਂਡ ਲੈ ਰਹੇ ਨੇ ਲਗਾਤਾਰ ਕਿ ਪਹਿਲਾਂ ਕੋਈ ਪ੍ਰਪੋਜ਼ਲ ਤਾਂ ਹੋਵੇ ਨਾ, ਕਾਮਨ ਸਿਵਲ ਕੋਡ ਦਾ ਮਤਲਬ ਕੀ ਹੈ, ਕੀ ਹੈ ਤੁਹਾਡਾ ਖਰੜਾ ਕੀ ਹੈ, ਖਰੜਾ ਕੀ ਹੈ, ਜਿਹਦੇ ਤੇ ਲੋਕ ਰਿਐਕਟ ਕਰ ਸਕਣ ਕਿ ਗਲਤ ਹੈ ਜਾਂ ਠੀਕ ਹੈ ਜਾਂ ਕੀ ਹੈ ਜਾਂ ਕੀ ਨਹੀਂ ਹੈ। ਔਰ ਉਹਦੇ ਤੇ ਆਪੋ ਆਪਣੇ ਤਰੀਕੇ ਨਾਲ ਹਜੇ ਲੋਕ ਰਿਐਕਟ ਕਰ ਰਹੇ ਨੇ। ਤੇ ਦੂਜੀ ਗੱਲ, ਕੁਝ ਫੋਰਸ ਜੋ ਹੈਗੀਆਂ ਨੇ ਜਿਹੜੀਆਂ ਦੇਸ਼ ਦੇ ਓਵਰਆਲ ਡਾਇਵਰਸਿਟੀ ਨੂੰ, ਬਨਸਬਨਤਾ ਨੂੰ ਧਿਆਨ ਦੇ ਵਿੱਚ ਰੱਖ ਕੇ ਉਹ ਇਹ ਕਹਿ ਰਹੀਆਂ ਨੇ ਕਿ ਜਿੱਥੇ ਬਹੁਤ ਧਰਮੀ, ਬਹੁਤ ਭਾਸ਼ਾਈ, ਬਹੁਤ ਬੋਲੀਆਂ, ਬਹੁਤ ਜ਼ਿਆਦਾ ਸੱਭਿਆਚਾਰ, ਬੇਸਿਕ ਬੈਕਗਰਾਉਂਡ ਦੇ ਵੱਖ-ਵੱਖ ਧਾਰਾਵਾਂ ਚੋਂ ਆਏ ਲੋਕ, ਜਿਹਦੇ ਚ ਟਰਾਈਬਲ ਬੈਲਟ ਆਪਣੇ ਤਰੀਕੇ ਦੇ ਰੀਤੀ ਰਿਵਾਜਾਂ ਵਾਲੀ ਹੈ, ਵੱਖ-ਵੱਖ ਲੋਕ ਨੇ, ਉਹਨਾਂ ਨੂੰ ਤੁਸੀਂ ਇੱਕ ਰੱਸੇ ਕਿਵੇਂ ਬੰਨ੍ਹ ਸਕਦੇ ਹੋ? ਬਿਨਾਂ ਮਤਲਬ ਉਹਨਾਂ ਦੇ ਸਾਰੇ ਚੱਲ ਰਹੇ ਠੀਕ ਠਾਕ ਵਰਤਾਰੇ ਦੇ ਵਿੱਚ ਦਖਲ ਕਿਉਂ ਦੇ ਰਹੇ ਹੋ ਤੇ ਉਹਨਾਂ ਨੂੰ ਬੇਚੈਨ ਕਿਉਂ ਕਰ ਰਹੇ ਹੋ? ਇਹਦੇ ਪਿੱਛੇ ਉਹੀ ਜੀ ਕਿਹੜੀ ਸਿਆਣਪ ਹੈ ਜਿਹੜੀ ਇਹ ਕਹਿੰਦੀ ਹੋਵੇ ਕਿ ਮੈਂ ਤਾਂ ਜੀ ਤੁਹਾਡੇ ਨਾਲ ਐਵੇਂ ਹੀ ਕਰੂੰਗੀ? ਇਹਦੇ ਵਿੱਚੋਂ ਨਰੋਲ ਸ਼ੀਅਰ ਪੋਲਿਟਿਕਸ ਨਜ਼ਰ ਆਉਂਦੀ ਹੈ। ਮਤਲਬ ਦੂਜਾ ਕੋਈ ਬੇਸਿਕ ਗੱਲ ਹੋਰ ਦਿਖਾਈ ਨਹੀਂ ਦਿੰਦੀ ਕਿ ਇਹਦੀ ਲੋੜ ਹੈ। ਲੋੜ ਤਾਂ ਬਿਲਕੁਲ ਹੀ ਦਿਖਾਈ ਨਹੀਂ ਦਿੰਦੀ, ਔਰ ਇਸ ਮੌਕੇ ਲੋੜ ਹੈ ਉਹ ਤਾਂ ਬਿਲਕੁਲ ਕਿਸੇ ਦੇ ਸਾਹਮਣੇ ਨਜ਼ਰੀਆ ਹੀ ਨਹੀਂ ਹੈ। ਜਿਹੜਾ ਲੌਜਿਕ ਬੀਜੇਪੀ ਦੇ ਰਹੀ ਹੈ ਕਿ ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਆਰਟੀਕਲ 44 ਹੈ ਜਿਹਦੇ 'ਚ ਇਹ ਕਿਹਾ ਗਿਆ ਕਿ ਇੱਧਰ ਨੂੰ ਅੱਗੇ ਵਧਣਾ ਚਾਹੀਦਾ, ਤਾਂ ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ 'ਚ ਤਾਂ ਹੋਰ ਬਹੁਤ ਗੱਲਾਂ ਨੇ, ਉਹ ਕਿਉਂ ਨਹੀਂ ਕਰਦੇ ਸਾਰੀ ਦੇ ਸਾਰੀਆਂ? ਉਹ ਸਾਰੀਆਂ ਗੱਲਾਂ ਨੂੰ ਪਾਸੇ ਰੱਖ ਦਿੱਤਾ ਗਿਆ। ਹਾਂ, ਬੇਸਿਕ ਸਾਇੰਟੀਫਿਕ ਟੈਂਪਰਾਮੈਂਟ ਤੁਸੀਂ ਸੁਸਾਇਟੀ ਦਾ ਬਿਲਡ ਕਰੋਗੇ, ਉਹ ਟੈਂਪਰਾਮੈਂਟ ਦੇ ਤੁਸੀਂ ਉਲਟ ਜਾ ਰਹੇ ਹੋ। ਤੁਸੀਂ ਕਹਿ ਰਹੇ ਹੋ ਕਦੇ ਵਰਤਾਰਾ ਸੀ ਇਤਿਹਾਸ ਨੂੰ ਹੀ ਇਤਿਹਾਸ ਬਣਾ ਦੇਣਾ, ਕਦੇ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਪੁਰਾਣੇ ਸਮੇਂ 'ਚ ਸਰਜਰੀ ਬਹੁਤ ਸੀ, ਗਣੇਸ਼ ਦਾ ਜਿਹੜਾ ਮਾਮਲਾ ਸੀ ਉਹ ਜਿਹੜਾ ਅਸਲ 'ਚ ਆਪਰੇਸ਼ਨ ਕੀਤਾ ਗਿਆ ਬੜਾ ਕਾਮਯਾਬ ਆਪਰੇਸ਼ਨ ਸੀ, ਮੂੰਹ ਹੋਰ ਲਾ ਦੇਣ ਨਾਲ। ਉੱਥੇ ਤੁਸੀਂ ਸਾਇੰਟੀਫਿਕ ਟੈਂਪਰਾਮੈਂਟ ਨੂੰ ਢਾਹ ਲਾ ਰਹੇ ਹੋ ਲਗਾਤਾਰ। ਔਰ ਸਿਧਾਂਤ ਨਿਰਦੇਸ਼ਕ ਸਿਧਾਂਤਾਂ 'ਚ ਤਾਂ 10 ਸਾਲ ਦੇ ਵਿੱਚ ਸਭ ਨੂੰ ਲਿਟਰੇਸੀ ਦੇਣ ਦਾ ਵੀ ਇੱਕ ਵਾਅਦਾ ਕੀਤਾ ਗਿਆ ਸੀ। ਉਹਦੇ ਵਿੱਚ ਤਾਂ ਰੂਰਲ ਲੈਵਲ ਦੇ ਲੋਕਾਂ ਨੂੰ ਜਿਹੜੀ ਸਵਰਾਜ ਦਾ ਸਵਾਲ ਸੀਗਾ, ਤੁਸੀਂ ਸਾਰੇ ਅਧਿਕਾਰ ਦੇਣ ਦਾ ਸਵਾਲ ਸੀ, ਸੱਤਾ 'ਚ ਹਿੱਸੇਦਾਰ ਬਣਾਉਣ ਦਾ ਸਵਾਲ ਸੀ, ਉਧਰ ਤਾਂ ਤੁਸੀਂ ਤੁਰਦੇ ਨਹੀਂ ਸਾਰੇ ਕਿਸੇ ਵੀ ਮਾਮਲੇ 'ਚ। ਜਿਹੜਾ ਤੁਹਾਨੂੰ ਕੱਲਾ ਸ਼ੂਟ ਕਰਦਾ ਉਹ ਕੱਢ ਲੈ। ਵੀ ਇਹਨਾਂ ਦਾ ਨਾਰਾ ਸੀ ਮੇਨ। ਹਾਂ, ਉਹ ਨਾਅਰੇਬਾਜ਼ੀ ਤਾਂ ਸਾਰੀ ਖਤਮ ਹੋ ਗਈ। ਉਹ ਨਾਅਰੇਬਾਜ਼ੀ ਤਾਂ ਦੀ ਉਹ ਹੈ ਜੀ। ਤੇ ਇਹ ਹੁਣ ਨਵਾਂ ਨਾਰਾ ਆ ਗਿਆ UCC ਵਾਲਾ। ਤੇ ਅਮੀਰ ਜੀ, ਜਿਸ ਤਰ੍ਹਾਂ ਤੁਸੀਂ ਇਹ ਸਾਰੀ ਗੱਲ ਕੀਤੀ ਹੈ, ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਉਂਕਿ ਪੰਜਾਬ ਨਾਲ ਜੁੜਿਆ ਹੋਇਆ ਬਹੁਤ ਕੁਛ, ਤੇ ਪੰਜਾਬ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ, ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੀ ਪੰਜਾਬ ਦੀ ਹਾਕਮ ਧਿਰ ਹੈ ਆਮ ਆਦਮੀ ਪਾਰਟੀ, ਉਹਨਾਂ ਨੇ ਜਿਸ ਦਿਨ ਪ੍ਰਧਾਨ ਮੰਤਰੀ ਨੇ ਐਲਾਨ ਹੀ ਕੀਤਾ ਤਾਂ ਉਹਨਾਂ ਦੇ ਬੁਲਾਰੇ ਨੇ ਉਸੇ ਦਿਨ ਹੀ ਇਸ ਗੱਲ ਦੀ ਹਮਾਇਤ ਕਰਤੀ ਕਿ ਅਸੀਂ ਪੂਰੀ ਤਰ੍ਹਾਂ ਜਿਹੜਾ ਯੂਨੀਫਾਰਮ ਸਿਵਲ ਕੋਡ ਦੇ ਨਾਲ ਖੜੇ ਹੋਏ ਹਾਂ। ਤੇ ਅਸੀਂ ਦੇਖਦੇ ਹਾਂ ਕਿ ਜਿੱਥੇ ਵੀ ਮਾਮਲਾ ਇਸ ਤਰ੍ਹਾਂ ਦੇ ਆਉਂਦੇ ਆ, ਚਾਹੇ ਉਹ ਧਾਰਾ 370 ਹੋਵੇ ਔਰ ਚਾਹੇ ਕੋਈ ਹੋਰ ਮਾਮਲਾ ਹੋਵੇ, ਉਹਦੇ 'ਚ ਜਿਹੜੀ ਆਮ ਆਦਮੀ ਪਾਰਟੀ ਆ ਉਹ ਕੇਂਦਰ ਦੀ BJP ਸਰਕਾਰ ਨਾਲ ਹੀ ਖੜੀ ਨਜ਼ਰ ਆਉਂਦੀ ਹੈ। ਜਦੋਂ ਕਿ ਸਭ ਤੋਂ ਵੱਧ ਜਦੋਂ ਬੋਲਦੇ ਆ ਤਾਂ ਉਹਦੇ 'ਚ ਬੇਸ਼ੱਕ ਮਾੜਾ ਮੋਦੀ ਬਾਰੇ ਬੋਲਦੇ ਆ, ਪਰ ਜਦੋਂ ਇਸ ਤਰ੍ਹਾਂ ਦੇ ਸਿਧਾਂਤਕ ਇਸ਼ੂ, ਅਸੂਲੀ ਮਾਮਲੇ ਆਉਂਦੇ ਆ, ਦੇਸ਼ ਦੇ ਵਿੱਚ ਡੈਮੋਕ੍ਰੇਸੀ ਨਾਲ ਸੰਬੰਧਿਤ ਮਾਮਲੇ ਆਉਂਦੇ ਆ,
ਤਾਂ ਉਦੋਂ ਅਸੀਂ ਦੇਖਦੇ ਹਾਂ ਕਿ ਚਾਹੇ ਉਹ ਇਸ ਤਰ੍ਹਾਂ ਦੀਆਂ ਧਾਰਾਵਾਂ ਹੋਣ, ਪਰ ਜਦੋਂ ਕੇਂਦਰ ਸਰਕਾਰ ਦਿੱਲੀ ਦੀ ਸਰਕਾਰ ਦੇ ਉੱਤੇ ਕੁਝ ਸ਼ਿਕੰਜਾ ਕੱਸਦੀ ਹੈ, ਜਿਵੇਂ ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਜਦੋਂ ਉਹਨਾਂ ਨੇ ਇਹਨਾਂ ਨੂੰ ਕੁਝ ਪਾਵਰਾਂ ਦਿੱਤੀਆਂ ਸੀ ਸਿਵਲ ਸਰਵਿਸ ਦੀਆਂ ਦਿੱਲੀ ਦੀ ਸਰਕਾਰ ਨੂੰ, ਤਾਂ ਉਸ ਤੋਂ ਬਾਅਦ ਇੱਕ ਬਕਾਇਦਾ ਨੋਟੀਫਿਕੇਸ਼ਨ ਕਰਕੇ ਕੇਂਦਰ ਸਰਕਾਰ ਨੇ ਵਾਪਸ ਲੈ ਰਹੀਆਂ, ਤੇ ਉਸੇ ਦਿਨ ਤੋਂ ਲਗਾਤਾਰ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਹੈ ਕੇਜਰੀਵਾਲ, ਉਹ ਵੱਖ-ਵੱਖ ਆਪੋਜੀਸ਼ਨ ਪਾਰਟੀਆਂ ਨੂੰ ਮਿਲ ਕੇ, ਵੱਖ-ਵੱਖ ਜਿਹੜੀਆਂ ਵਿਰੋਧੀ ਧਿਰਾਂ ਦੇ ਸੀਐਮ ਹੈ ਉਹਨਾਂ ਨੂੰ ਮਿਲ ਕੇ ਇਹ ਕਹਿ ਰਿਹਾ ਕਿ ਇਹ ਜਿਹੜਾ ਹੈ ਬਕਾਇਦਾ ਜਿਹੜਾ ਰਾਜਾਂ ਦੇ ਅਧਿਕਾਰਾਂ ਤੇ ਛਾਪਾ, ਤੇ ਤੁਸੀਂ ਇਸ ਦੇ ਨਾਲ ਸਾਡੇ ਖੜੋ, ਤੇ ਇਹ ਜਿਹੜਾ ਬਿੱਲ ਹੈ ਇਹ ਲੈ ਕੇ ਆਉਣਗੇ, ਉਹ ਪਾਸ ਨਾ ਹੋਵੇ। ਉਸ ਦੇ ਉੱਤੇ ਕਾਂਗਰਸ ਨੇ ਵੀ ਬੜਾ ਸਪਸ਼ਟ ਸਟੈਂਡ ਲਿਆ ਹੋਇਆ, ਔਰ ਬਾਕੀ ਥਾਵਾਂ ਤੇ ਜਿੱਥੇ ਇਹਨਾਂ ਨੂੰ ਲੱਗਦਾ ਕਿ ਇਹਨਾਂ ਦੇ ਕੋਈ ਹੱਕ ਜਿੱਥੇ ਨਹੀਂ ਹੈ, ਤਾਂ ਉੱਥੇ ਬਕਾਇਦਾ ਅਸੀਂ ਦੇਖਦੇ ਹਾਂ ਕਿ ਪਟਨਾ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਉਮਰ ਅਬਦੁੱਲਾ ਨੇ ਇਹਨਾਂ ਤੇ ਸਵਾਲ ਚੱਕਿਆ ਸੀਗਾ ਕਿ ਤੁਸੀਂ 370 ਦੀ ਧਾਰਾ ਦੀ ਤਾਂ ਉਦੋਂ ਹਮਾਇਤ ਕੀਤੀ, ਤਾਂ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ। ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ, ਕਿਉਂਕਿ ਪੰਜਾਬ ਨੂੰ ਬੜੇ ਨੇੜਿਓਂ ਦੇਖ ਰਹੇ ਹੋ ਸਾਰੇ ਨੂੰ? ਇੱਕ ਤਾਂ ਇਹ ਹੈ ਕਿ ਓਵਰਆਲ ਜਿਹੜਾ ਇੱਕ ਲੜਾਈ, ਵੱਡੀ ਲੜਾਈ ਹੈ ਨਾ, ਉਹ ਤਾਂ ਹੈਗੀ ਆ ਫੈਡਰਲ ਸਟਰਕਚਰ ਲਈ, ਕਿ ਤਾਕਤਾਂ ਦੇ ਕੇਂਦਰੀਕਰਨ ਬਜਾਏ ਰਾਜਾਂ ਨੂੰ ਵੱਧ ਅਧਿਕਾਰ ਕਿਵੇਂ ਮਿਲ। ਪੰਜਾਬ ਉਹਦੇ ਚ ਮੋਹਰੀ ਰੋਲ ਚ ਰਿਹਾ ਇੱਕ ਜ਼ਮਾਨੇ ਚ, ਜਾਂ ਪੱਛਮੀ ਬੰਗਾਲ ਰਿਹਾ। ਜੀ ਹਾਂ, ਪੰਜਾਬ ਨੇ 1973 ਤੇ 1978 ਦੇ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਆਵਾਜ਼ ਉਠਾਈ। ਆ ਜਿਹੜਾ ਇਵਨ 82 ਦਾ ਮੋਰਚਾ ਵੀ ਸੀ, ਪਾਣੀ ਤੋਂ ਲੱਗਿਆ, ਇਹ ਵੀ ਸੈਂਟਰਲਾਈਜੇਸ਼ਨ ਦੇ ਖਿਲਾਫ ਸੀ। ਫਿਰ ਧਰਮ ਯੁੱਧ ਮੋਰਚੇ ਚ ਕਨਵਰਟ ਹੋਇਆ। ਉਹ ਸਾਰੀ ਲੜਾਈ ਇੱਕ ਟਾਈਪ ਦੀ ਅਨੰਦਪੁਰ ਦੇ ਮਤੇ ਦੀ, ਰਾਜਾਂ ਨੂੰ ਵੱਧ ਅਧਿਕਾਰਾਂ ਦੀ ਸੀ। ਫਿਰ 77 ਦੇ ਵਿੱਚ ਜਿਹੜੀ ਜੋਤੀ ਬਾਸੂ ਦੀ ਸਰਕਾਰ ਨੇ, ਲੈਫਟ ਫਰੰਟ ਦੀ, ਜਿਹੜਾ ਇੱਕ ਪੂਰਾ ਮੈਮੋਰੰਡਮ ਮੋਰਾਰਜੀ ਦੇਸਾਈ ਸਰਕਾਰ ਨੂੰ ਭੇਜਿਆ ਸੀ, ਜੇ ਧਾਰਮਿਕ ਮੰਗਾਂ ਕੱਢ ਦਿਓ, ਬਾਕੀ ਮੰਗਾਂ ਸਾਰੀਆਂ ਇਕੱਠੀਆਂ ਰੱਖ ਲਓ, ਲਗਭਗ ਇੱਕੋ ਜਿਹਾ ਹੋ। ਜਿੱਥੇ ਪੰਜਾਬ ਲੜ ਰਿਹਾ ਸੀ ਔਰ ਜਿਹਦੇ ਤੇ ਬੰਗਾਲ ਦੀ ਸਰਕਾਰ ਨੇ ਕਿਹਾ ਕਿ ਗਵਰਨਮੈਂਟ ਆਫ ਇੰਡੀਆ ਕੋਲ ਕੇਵਲ 3-4 ਡਿਪਾਰਟਮੈਂਟ ਚਾਹੀਦੇ ਨੇ, ਬਾਕੀ ਦੇ ਸਾਰੇ ਸੂਬਿਆਂ ਨੂੰ ਦੇ ਦੇਣੇ ਚਾਹੀਦੇ ਨੇ। ਲੜਾਈ ਤਾਂ ਇਹ ਬੇਸਿਕ ਹੈ, ਸਿਧਾਂਤਕ ਸ਼ੁਰੂ ਤੋਂ, ਮਤਲਬ ਕਾਫੀ ਲੰਬੇ ਸਮੇਂ ਤੋਂ। ਪਰ ਸਵਾਲ ਹੁਣ ਆਉਂਦੇ ਆਉਂਦੇ ਇਹ ਹੈ ਕਿ ਸਿਸਟਮ ਇਹੋ ਜਿਹਾ ਬਣ ਗਿਆ ਕਿ ਲਗਾਤਾਰ ਰਾਜਾਂ ਦੇ ਹੱਕ ਖੋਏ ਜਾ ਰਹੇ ਨੇ। ਚਾਹੇ ਉਹ GST ਸੀ, ਚਾਹੇ ਉਹ ਜੰਮੂ ਕਸ਼ਮੀਰ ਨੂੰ ਤੋੜਨ ਦਾ ਸਵਾਲ ਸੀ, ਤੋੜ ਕੱਲੀ 370 ਧਾਰਾ ਹੀ ਨਹੀਂ ਵਾਪਸ ਲਈ, ਸਗੋਂ ਉਹ ਸਟੇਟ ਵੀ ਤੋੜਤੀ, ਯੂਟੀ ਚ ਬਦਲਤੀ। ਇਹ ਪਹਿਲੀ ਵਾਰ ਹੋਇਆ ਇਤਿਹਾਸਕ ਤੌਰ ਤੇ ਕੰਟਰੀ ਦੇ ਵਿੱਚ ਕਿ ਕਿਸੇ ਸਟੇਟ ਦਾ ਰੁਤਬਾ ਘਟਾ ਕੇ ਯੂਟੀ ਚ ਬਦਲਤਾ ਹੋਵੇ। ਇਦੋਂ ਪਹਿਲਾਂ ਯੂਟੀ ਚ ਸਟੇਟਾਂ ਤਾਂ ਬਣੀਆਂ ਨੇ, ਪਰ ਸਟੇਟ ਯੂਟੀ ਬਦਲਾਤੀ ਹੋਵੇ, ਪਹਿਲੀ ਗੱਲ ਹੈ। ਤੇ ਇਸੇ ਦੇ ਨਾਲ ਹੀ UAPA, NIA, ਜਿੰਨੇ ਵੀ ਬਾਕੀ ਦੇ ਮਾਮਲੇ ਨੇ। ਫਿਰ ਤੁਸੀਂ ਸ਼ਹੀਨ ਬਾਗ ਦੇ ਮੋਰਚੇ ਬਾਰੇ ਦੇਖ ਲਓ, ਪਾਰਟੀਆਂ ਦਾ ਹਾਲ ਕੀ ਰਿਹਾ, ਔਰ ਉਹਦੇ ਤੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ। ਬਾਕੀ ਤਾਂ ਗੱਲ ਛੱਡੋ, ਚਲੋ ਉਹਨਾਂ ਦੀ ਸਪੋਰਟ ਵੱਡੀ ਕਰਨ ਦੀ ਬਜਾਏ ਇਸ ਤਰੀਕੇ ਨਾਲ ਮੇਰਾ ਖਿਆਲ ਜਿਹੜਾ ਮਾਈਂਡ ਸੈਟ ਦੇ ਤੌਰ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜਿਹੜਾ ਬਹੁ ਗਿਣਤੀਵਾਦ ਦਾ ਇੱਕ ਉਹਨਾਂ ਨੇ ਪ੍ਰਚਾਰ ਤੇ ਵਰਤਾਂਤ ਸਿਰਜਿਆ ਸੀ, ਸ਼ਾਇਦ ਉਹਦੇ ਚ ਫਸ ਗਈਆਂ ਪਾਰਟੀਆਂ ਬੜੇ ਵੱਡੇ ਪੱਧਰ ਦੇ ਉੱਤੇ। ਕਾਫੀ ਖਾਸ ਤੌਰ ਤੇ ਮੇਨ ਸਟ੍ਰੀਮ ਪਾਰਟੀਆਂ। ਆਮ ਆਦਮੀ ਪਾਰਟੀ ਤਾਂ ਜਿਹੜਾ ਸਲੋਗਨ ਨੇ ਉਹਦੇ, ਉਹ ਲਗਭਗ ਬੀਜੇਪੀ ਦੇ ਨਾਲ ਹੀ ਮੈਚ ਕਰਦੇ ਨੇ। ਚਾਹੇ ਉਹ ਭਾਰਤ ਮਾਤਾ ਕੀ ਜੈ, ਬੰਦੇ ਮਾਤਰਮ ਦਾ ਕੁਐਸਚਨ, ਤਿਰੰਗਾ ਯਾਤਰਾਵਾਂ ਪੰਜਾਬ ਚ ਵੀ ਕੱਢਣੀਆਂ ਲਿਆ ਕੇ। ਹਾਲਾਂਕਿ ਕੋਈ ਲੋੜ ਨਹੀਂ, ਪੰਜਾਬ ਚ ਕਿਹੜਾ ਕੋਈ ਅਲੱਗ ਹੋਣ ਜਾ ਰਿਹਾ ਵੀ ਜ਼ਰੂਰ ਜੀ ਉੱਥੇ ਇਸ ਲੈਵਲ ਦਾ ਕਰਾਂਗੇ। ਹਾਂ, ਜਿਹੜਾ ਇਹ ਹੈ ਸਿਵਲ ਕੋਡ ਦਾ ਮਾਮਲਾ, ਇਹਦੇ ਚ ਸੰਦੀਪ ਜਿਹੜੇ ਨੇ, ਡਾਕਟਰ ਸੰਦੀਪ, ਉਹਨਾਂ ਦਾ ਸੰਗਠਨ ਇੰਚਾਰਜ, ਉਹਨੇ ਕਿਹਾ ਕਿ ਸਿਧਾਂਤਕ ਤੌਰ ਤੇ ਪਾਰਟੀ ਨਾਲ ਹੈ ਇਸ ਦੇ, ਪਰ ਹਾਂ ਸਾਰੀਆਂ ਧਿਰਾਂ ਨਾਲ ਗੱਲ ਕਰ ਲੈਣੀ ਚਾਹੀਦੀ ਹੈ। ਇਹਦੇ ਚ ਇੱਕ ਅਹਿਮ ਮੋੜ ਆ ਗਿਆ ਜ਼ਰੂਰ। ਇਹਦੇ ਨਾਲ ਤਾਂ ਉਹਦੀ ਫਜ਼ੀਅਤ ਬਹੁਤ ਹੋਈ। ਪੰਜਾਬ ਚ ਪੰਜਾਬ ਸਰਕਾਰ ਤੋਂ ਸਵਾਲ ਪੁੱਛਣੇ ਜਾਣ ਲੱਗ ਗਏ ਕਿ ਤੁਸੀਂ ਦੱਸੋ ਕੀ ਕਰ ਰਹੇ ਹੋ। ਤਾਂ ਅੱਜ ਭਗਵੰਤ ਮਾਨ ਨੇ ਇਹਦੇ ਤੇ ਸਟੈਂਡ ਲਿਆ, ਇਹਦੇ ਅਗੇਂਸਟ ਜੀ। ਔਰ ਇਟ ਮੀਨ ਜੇ ਗੱਲਾਂ ਕੰਟਰਾਡਿਕਸ਼ਨ ਹੁਣ ਆਪ ਦੇ ਵਿੱਚ ਵੀ ਸਟਾਰਟ ਹੋਏਗੀ। ਜਿਵੇਂ ਪੰਜਾਬ ਚ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਕਿਸੇ ਦੀ ਹੋਵੇ, ਪੰਜਾਬ ਦਾ ਅਲੱਗ ਸਟੈਂਡ ਨਾਰਮਲੀ, ਕਿਉਂਕਿ ਇੱਥੇ ਦਾ ਮਾਹੌਲ ਹੋਰ ਹੈ। ਨਾਰਮਲੀ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਤੋਂ ਅਲੱਗ ਸਟੈਂਡ ਹੁੰਦਾ, ਕਿਉਂਕਿ ਇੱਥੇ ਮੈਜੋਰਿਟੀ ਉਹ ਹੈ ਜਿਹੜੀ ਨੈਸ਼ਨਲ ਲੈਵਲ ਤੇ ਘੱਟ ਗਿਣਤੀ ਦੇ ਵਿੱਚ ਹੈ, ਤੇ ਇੱਥੇ ਦੀਆਂ ਟਰਮਜ਼ ਜਿਹੜੇ ਉਹ ਭਾਈਚਾਰਾ ਡਿਕਟੇਟ ਕਰਦਾ ਸਿਆਸਤ ਦੀਆਂ ਜ਼ਿਆਦਾਤਰ। ਇਸ ਲਈ ਜਿਹੜੀ ਲੋਕਲ ਪਾਰਟੀ ਹੁੰਦੀ ਆ ਉਹਨੂੰ ਉਹਨਾਂ ਦੇ ਮੁਤਾਬਕ ਸਟੈਂਡ ਲੈਣੇ ਪੈਂਦੇ ਨੇ ਕਈ ਵਾਰ ਜੀ। ਭਗਵੰਤ ਮਾਨ ਨੇ ਸਟੈਂਡ ਲਿਆ ਕਿ ਬੀਜੇਪੀ 2024 ਦੀਆਂ ਚੋਣਾਂ ਨੂੰ ਕਰਕੇ ਪੋਲਰਾਈਜੇਸ਼ਨ ਕਰਨਾ ਚਾਹੁੰਦੀ ਹੈ। ਅਸੀਂ ਦੇਸ਼ ਦੀ ਡਾਇਵਰਸਿਟੀ ਹੈ, ਇੱਕ ਗੁਲਦਸਤਾ ਹੈ, ਗੁਲਦਸਤੇ ਨੂੰ ਤੁਸੀਂ ਮੇਟ ਕੇ ਨਹੀਂ ਚੱਲ ਸਕਦੇ, ਔਰ ਇਹ ਗੱਲ ਗਲਤ ਹੈ ਬੀਜੇਪੀ ਦੀ। ਹੁਣ ਇਹਦਾ ਅੱਗੇ ਰਿਐਕਸ਼ਨ ਕੀ ਆਉਂਦਾ ਉਹਦੀ ਪਾਰਟੀ ਦੇ ਵਿੱਚੋਂ, ਕੇਜਰੀਵਾਲ ਜਾਂ ਨੈਸ਼ਨਲ ਲੀਡਰਸ਼ਿਪ ਕੀ ਕਹਿੰਦੀ ਹੈ, ਉਦੋਂ ਬਾਅਦ ਦਾ ਕੁਐਸਚਨ ਹੈ। ਪਰ ਇਹਦਾ ਮਤਲਬ ਇਹ ਹੈ ਕਿ ਸਾਡੀ ਸੂਬੇ ਦੀ ਜਿਹੜੀ ਸਿਆਸਤ ਦਾ ਇੱਕ ਦਬਾਅ ਹੈ, ਉਹ ਪੰਜਾਬ ਦੇ ਚੀਫ ਮਿਨਿਸਟਰ ਨੇ ਮਹਿਸੂਸ ਕੀਤਾ, ਤੇ ਮਹਿਸੂਸ ਕਰਕੇ ਚਾਹੇ ਇੰਨੇ ਦਿਨ ਬਾਅਦ ਹੀ ਗੱਲ ਕੀਤੀ ਹੈ,
ਪਰ ਉਹ ਇੱਕ ਹੋਰ ਤਰ੍ਹਾਂ ਦੀ ਗੱਲ, ਇੱਕ ਅਲੱਗ ਟਾਈਪ ਦੀ ਗੱਲ ਕਰਨੀ ਪਈ ਹੈ ਉਹਨਾਂ ਨੂੰ। ਔਰ ਇਹਦੇ ਵਿੱਚ ਹੀ ਦੂਜੀ ਗੱਲ, ਹਾਂਜੀ, ਦੂਜੀ ਗੱਲ ਇੱਕ ਇਹਦੇ ਚ ਹੋਰ ਹੋਈ ਹੈ, ਤੇ ਫਿਰ ਵੀ ਮੈਨੂੰ ਲੱਗਦਾ ਹੈ ਕਿ ਇਸ ਗੱਲ ਨੂੰ ਚਾਹੇ ਮਜਬੂਰੀ ਚ ਹੀ ਕਿਹਾ ਹੋਵੇ ਤਾਂ ਇਹਨੂੰ ਵੈਲਕਮ ਕਰਨਾ ਚਾਹੀਦਾ ਕਿ ਜਿਹੜੀ ਕੁਝ ਜਿਹੜਾ ਰਾਈਟ ਟਰੈਕ ਹੁੰਦਾ ਹੈ, ਚਾਹੇ ਉਹ ਮਜਬੂਰੀਆਂ ਚ ਹੀ ਹੋਵੇ, ਡੈਮੋਕ੍ਰੇਸੀ ਚ ਹਮੇਸ਼ਾ ਹੀ ਸ਼ਾਇਦ ਲੋਕਾਂ ਦਾ ਦਬਾਅ ਮੰਨਿਆ ਜਾਣਾ ਚਾਹੀਦਾ ਤੇ ਉਹਨੂੰ ਕਹਿਣਾ ਚਾਹੀਦਾ ਕਿ ਠੀਕ ਹੈ। ਪਰ ਨਾਲ ਦੀ ਨਾਲ ਅੱਜ ਹੀ ਇੱਕ ਨਵਾਂ ਘਟਨਾ ਹੋਰ ਵਾਪਰੀ ਹੈ। ਸੁਨੀਲ ਜਾਖੜ ਬੀਜੇਪੀ ਦੇ ਪ੍ਰੈਜ਼ੀਡੈਂਟ ਬਣੇ ਨੇ, ਅੱਛਾ, ਆਫੀਸ਼ੀਅਲੀ ਪੰਜਾਬ ਇਕਾਈ ਦੇ। ਹੁਣ ਉਹ ਜਾਖੜ ਸਾਹਿਬ ਜਿਹੜੇ ਵੱਡੀ ਤਬਦੀਲੀ ਹੈ, ਤੇ ਮਾਈਂਡ ਸੈਟ ਦੇ ਤੌਰ ਤੇ ਜਾਖੜ ਸਾਹਿਬ ਸੈਕੂਲਰ ਆਦਮੀ ਨੇ, ਲਗਾਤਾਰ ਪੰਜਾਬ ਚ ਵਿਚਰਦੇ ਰਹੇ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ, ਤੇ ਉਹ ਪੰਜਾਬ ਲਈ ਉਹਨਾਂ ਦਾ ਆਪਣੇ ਚੁਣੌਤੀ ਆ ਗਈ ਕਿ ਉਹ ਬੀਜੇਪੀ ਦੀ ਸਟੈਂਡ ਨੂੰ ਕਿਵੇਂ ਪੰਜਾਬ ਦੇ ਵਿੱਚ ਡਿਫੈਂਡ ਕਰਨਗੇ ਜਾਂ ਉਹਦੇ ਸਪੋਰਟ ਚ ਖੜਨਗੇ, ਜਾਂ ਇੰਨੀ ਕੁ ਇਜਾਜ਼ਤ ਉਹ ਲੈ ਲੈਣਗੇ ਬੀਜੇਪੀ ਤੋਂ ਕਿ ਨਹੀਂ, ਇੱਥੇ ਪੰਜਾਬ ਚ ਰਹਿੰਦੀ ਸਿਆਸਤ ਨੂੰ ਜੇਕਰ ਪੰਜਾਬ ਚ ਕਰਨੀ ਹੈ ਤਾਂ ਥੋੜਾ ਜਿਹਾ ਅਲੱਗ ਟਾਈਪ ਦੀ ਈਡੀਅਮ ਨਾਲ ਚੱਲਣਾ ਪਏਗਾ, ਮੁਹਾਵਰੇ ਨਾਲ ਚੱਲਣਾ ਪਏਗਾ। ਇਸ ਲਈ ਦੋ ਪੋਲੀਟੀਕਲ ਤਬਦੀਲੀਆਂ ਨੇ ਇਹ ਪੰਜਾਬ ਦੇ ਵਿੱਚ ਉਸ ਪੱਧਰ ਦੇ ਉੱਤੇ ਜਿਹੜੀਆਂ ਵਾਪਰੀਆਂ ਨੇ। ਔਰ ਜੇ ਇਹ ਹੋ ਜਾਂਦਾ ਇਹਦੇ ਨੂੰ ਤਾਂ ਠੀਕ ਦਿਸ਼ਾ ਚ ਹੀ ਹੈ ਤਾਂ ਸਾਰਾ ਜੋ ਕੁਝ ਇਹ ਹੋ ਰਿਹਾ ਲੱਗਦਾ ਕੁਛ ਚਾਂਸ, ਕਿਉਂਕਿ ਜਿੱਧਰ ਨੂੰ ਹੈ ਨੇ ਪਹਿਲੀ ਵਾਰ RSS ਦੇ ਕੇਡਰ ਚੋਂ ਬਾਹਰ ਕੋਈ ਬੀਜੇਪੀ ਦਾ ਪ੍ਰਧਾਨ ਬਣਿਆ, ਜਿਹੜਾ ਲੰਮਾ ਸਮਾਂ ਤਾਂ ਗਏ ਨੂੰ ਹੋਇਆ, ਇੰਨੀ ਸਾਲ ਕੋ ਹੋਇਆ ਉਹਨਾਂ ਨੂੰ ਕਾਂਗਰਸ ਛੱਡ ਕੇ ਉਧਰ ਗਏ ਆ। ਹਾਂ, ਤੇ ਉਹ ਕਿੰਨਾ ਕੁ ਉਹਨਾਂ ਨੂੰ ਹਜਮ ਕਿੰਨਾ ਕੁ ਆਏਗਾ ਜਿਹੜਾ ਉਹਨਾਂ ਦਾ ਪੱਕਾ ਕੇਡਰ ਹੈ, ਇਹ ਵੀ ਦੇਖਣ ਵਾਲੀ ਗੱਲ ਹੈ। ਦੂਜਾ, ਜਾਖੜ ਜਿਹੋ ਜਿਹੀ ਸੋਬਰਟੀ ਨਾਲ ਗੱਲ ਕਰਦੇ ਨੇ, ਵਿਦ ਫੈਕਟ, ਮਤਲਬ ਉਹਨਾਂ ਦਾ ਇਮੇਜ ਸਾਫ਼ ਵੀ ਹੈ, ਸੋਬਰ ਵੀ ਹੈ, ਤੇ ਜੇ ਉਹ ਆਪਣੇ ਮਾਈਂਡ ਨਾਲ ਹੀ ਗੱਲ ਕਰਨਗੇ ਤਾਂ ਬੀਜੇਪੀ ਦੀ ਨੈਸ਼ਨਲ ਲੀਡਰਸ਼ਿਪ ਨੂੰ ਕਿੰਨਾ ਕੁ ਲੰਮਾ ਸਮਾਂ ਹਜਮ ਆਊਗੀ ਇਹ ਗੱਲ, ਜਾਂ ਉਹ ਆਪਣਾ ਪੂਰਾ ਹਿਰਦੇ ਪਰਿਵਰਤਨ ਕਰਕੇ ਉਧਰ ਸ਼ਿਫਟ ਹੋ ਜਾਣਗੇ, ਇਹ ਚੁਣੌਤੀ ਵੀ ਹੈ ਪੰਜਾਬ ਦੇ ਵਿੱਚ। ਔਰ ਦੂਜੀ ਗੱਲ, ਜੇ ਇਹਦੇ ਤੇ ਆਪਾਂ ਗੱਲ ਕਰਦੇ ਹਾਂ UCC ਤੇ, ਤੇ ਇੱਕ ਲੈਵਲ ਦੀ ਐ ਬਣਦੀ ਜਾ ਰਹੀ ਹੈ ਜਿਵੇਂ ਪੰਜਾਬ ਚ ਇੱਕ ਸਹਿਮਤੀ ਜੀ ਬਣਦੀ ਜਾ ਰਹੀ ਹੁੰਦੀ ਹੈ ਇੱਕ ਪਾਸੇ, ਪੰਜਾਬ ਡਿਫਰੈਂਟ ਪਾਰਟੀਆਂ ਹੋਣ ਦੇ ਬਾਵਜੂਦ ਵੀ ਇੱਕ ਰਾਏ ਬਣਦੀ। ਔਰ ਜੇ ਕਿਤੇ ਭਗਵੰਤ ਮਾਨ ਆਲ ਪਾਰਟੀ ਮੀਟਿੰਗ ਵੀ ਪੰਜਾਬ ਚ ਸੱਦ ਰਿਹਾ ਹੋਣਾ, ਤੇ ਆਲ ਪਾਰਟੀ ਮੀਟਿੰਗ ਦਾ ਇੱਕ ਸਾਂਝਾ, ਕਿਉਂਕਿ 13 ਜੁਲਾਈ ਤੱਕ ਉਹਨਾਂ ਨੇ ਕਿਹਾ ਹੋਇਆ, ਇਹ ਮੰਗ ਰਹੇ ਨੇ ਜਿਹੜੇ ਇਤਰਾਜ਼, ਜੇ ਕੋਈ ਸਟੇਟ ਕਾਮਨ ਸਟੈਂਡ ਲੈਂਦੀ ਹੈ ਇਸ ਮਾਮਲੇ ਦੇ ਉੱਤੇ ਤਾਂ ਇੱਕ ਬੜੀ ਇੰਟਰਸਟਿੰਗ ਤੇ ਬਿਹਤਰ ਗੱਲ ਹੋਏਗੀ। ਤੇ ਦੂਜੀ ਗੱਲ, ਇਹਦੇ ਚ ਬੀਜੇਪੀ ਦੇ ਅੰਦਰੋਂ ਵੀ ਕੁਝ ਆਵਾਜ਼ਾਂ ਉੱਠਣ ਲੱਗ ਗਈਆਂ ਨੇ, ਔਰ ਬੀਜੇਪੀ ਦੇ ਇੱਕ ਵੱਡੇ ਲੀਡਰ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਹੁਣ ਬਿਹਾਰ ਦੇ ਵਿੱਚ ਲੰਮਾ ਸਮਾਂ ਡਿਪਟੀ ਚੀਫ ਮਿਨਿਸਟਰ ਰਹੇ ਨੇ, ਸੁਸ਼ੀਲ ਮੋਦੀ ਸੁਸ਼ੀਲ ਮੋਦੀ ਨੇ ਇਹ ਲੌਜਿਕ ਦੇ ਤਹਿਤ ਕਿਹਾ ਕਿ ਫਿਲਹਾਲ ਜਿਹੜਾ ਕਬੈਲੀ ਖੇਤਰ ਹੈ, ਟਰਾਈਬਲ ਬੈਲਟ ਦੇ ਲੋਕ ਨੇ, ਜਿਹੜੇ ਵੱਡੀ ਆਬਾਦੀ ਹੈ ਦੇਸ਼ ਦੀ ਵੱਖ-ਵੱਖ ਸੂਬਿਆਂ ਦੇ ਵਿੱਚ, ਕਾਮਨ ਸਿਵਲ ਕੋਡ ਦੇ ਨਾਲ ਉਹਨਾਂ ਦੇ ਜੀਵਨ ਤੇ ਵੱਡਾ ਅਸਰ ਪਊਗਾ, ਉਹਨਾਂ ਦਾ ਤਾਣਾ ਬਾਣਾ ਹਿੱਲੂਗਾ, ਕਿਉਂਕਿ ਉਹ ਸਾਰੇ ਹੀ ਆਪਣੇ ਆਪਣੇ ਕਬੀਲਿਆਂ ਦੇ ਰਸਮੋ ਰਿਵਾਜ ਮੁਤਾਬਕ ਸ਼ਾਦੀਆਂ ਕਰਦੇ ਨੇ, ਤਲਾਕ ਹੁੰਦੇ ਨੇ, ਬੱਚੇ ਅਡਾਪਟ ਕਰਦੇ, ਜਿਹੜੀ ਵਿਰਾਸਤ ਹੈ ਉਹਨਾਂ ਦੀ ਆਪਣੇ ਤਰੀਕੇ ਦੀ ਫਰਕ ਪਊਗਾ। ਇਸ ਲਈ ਸੋਚਣਾ ਚਾਹੀਦਾ। ਇਟ ਮੀਨਸ ਇਹ ਇੱਕ ਕੰਟਰੋਵਰਸ਼ਲ ਇਸ਼ੂ ਵੀ ਫਿਰ ਬਣਦਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ, ਡਿਬੇਟ ਦਾ ਇਸ਼ੂ ਵੀ ਬਣੇਗਾ। ਹਜੇ ਪ੍ਰਪੋਜ਼ਲ ਸਾਹਮਣੇ ਨਹੀਂ ਆਈ, ਜਦੋਂ ਪ੍ਰਪੋਜ਼ਲ ਸਾਹਮਣੇ ਆਊਗੀ ਉਦੋਂ ਸ਼ਾਇਦ ਹੋਰ ਜ਼ਿਆਦਾ ਲੋਕ ਦਲੀਲਾਂ ਦੇਣਗੇ, ਪਰ ਅਜੇ ਬੀਜੇਪੀ ਲਈ ਐਡਾ ਸੌਖਾ ਕੰਮ ਵੀ ਨਹੀਂ ਦਿਖਾਈ ਦੇ ਰਿਹਾ। ਲੱਗਦਾ ਹੈ ਕਿ ਬੀਜੇਪੀ ਨੂੰ ਅੰਦਰੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪਏਗਾ, ਜਿਸ ਢੰਗ ਨਾਲ ਤੁਸੀਂ ਇਹ ਗੱਲ ਕੀਤੀ ਹੈ। ਪਰ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਤਾਂ ਇਹ ਸਾਰਾ ਕੁਝ ਵਾਪਰ ਰਿਹਾ, ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕਾਂਗਰਸ ਦੀ ਅਗਵਾਈ ਵਿੱਚ ਜਿਸ ਤਰ੍ਹਾਂ ਵਿਰੋਧੀ ਧਿਰਾਂ ਇਕੱਠੀਆਂ ਹੋ ਰਹੀਆਂ, ਤੇ ਜਿਸ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਡਰ ਮਹਿਸੂਸ ਕਰ ਰਹੀ, ਉਹਨੂੰ ਲੱਗਦਾ ਕਿਤੇ ਨਾ ਕਿਤੇ ਕਿ ਜਿਹੜੀਆਂ 2024 ਦੀਆਂ ਲੋਕ ਸਭਾ ਚੋਣਾਂ ਹੈ ਜਾਂ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋਣੀਆਂ, ਉਹਦੇ ਵਿੱਚ ਉਹਦੇ ਥੱਲਿਓਂ ਜ਼ਮੀਨ ਖਿਸਕ ਸਕਦੀ ਹੈ, ਰਾਜਸੀ ਜ਼ਮੀਨ ਉਸਦੀ। ਤਾਂ ਉਹਨੇ ਲਗਾਤਾਰ ਹੁਣ ਇਹ ਕੋਸ਼ਿਸ਼ ਕੀਤੀ ਹੈ, ਜਿਹੜਾ ਕਿ ਉਹਨਾਂ ਦਾ ਪੁਰਾਣਾ ਅਜਮਾਇਆ ਹੋਇਆ ਢੰਗ ਤਰੀਕਾ ਹੈ ਕਿ ਵਿਰੋਧੀ ਜਿਹੜੀਆਂ ਪਾਰਟੀਆਂ ਉਹਨਾਂ ਦੇ MLAs ਨੂੰ ਤੋੜ ਕੇ ਆਪਣੇ ਨਾਲ ਕੀਤਾ ਜਾਵੇ, ਚਾਹੇ ਕੋਈ ਵੀ ਉਹਦੇ ਲਈ ਢੰਗ ਤਰੀਕਾ ਵਰਤਣਾ ਪਵੇ। ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਕੇਂਦਰੀ ਏਜੰਸੀਆਂ ਦੀ ਵਰਤੋਂ ਤੇ ਨਾਲ ਹੀ ਪੈਸੇ ਦੀ ਵਰਤੋਂ ਦੀ ਗੱਲ ਵੀ ਸੁਣਨ 'ਚ ਜਿਹੜੀ ਹੈ ਉਹ ਲਗਾਤਾਰ ਆਉਂਦੀ ਹੈ। ਹੁਣ ਜੋ ਕੁਝ ਮਹਾਰਾਸ਼ਟਰ 'ਚ ਵਾਪਰਿਆ, ਤਾਂ ਜੋ ਕੁਝ ਉੱਥੋਂ ਦੀਆਂ ਰਿਪੋਰਟਾਂ ਆ ਰਹੀਆਂ ਕਿ ਜੋ ਕੁਝ ਇਹਨਾਂ ਨੇ ਉੱਥੇ ਕੀਤਾ ਉਹ ਇਹਨਾਂ ਨੂੰ ਉਲਟਾ ਪੈਂਦਾ ਨਜ਼ਰ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਬਿਹਾਰ ਦੂਜੇ ਥਾਵਾਂ ਤੇ ਵਾਪਰ ਕੇ ਤਾਂ ਬੀਜੇਪੀ ਨੂੰ ਇਸ ਦਾ ਕੋਈ ਲਾਹਾ ਮਿਲੇਗਾ, ਜਾਂ ਜਿਸ ਤਰ੍ਹਾਂ ਇਹ ਲੱਗ ਰਿਹਾ ਜੋ ਮਹਾਰਾਸ਼ਟਰ 'ਚ ਨਜ਼ਰ ਆ ਰਿਹਾ ਕਿ ਇਸ ਦਾ ਇਹਨਾਂ ਤੇ ਉਲਟਾ ਹੀ ਅਸਰ ਪਏਗਾ? ਇਸ ਦਾ ਅਸਲ ਦੇ ਵਿੱਚ ਤਾਂ ਕਰਨਾਟਕ 'ਚ ਵੀ ਬੀਜੇਪੀ ਨੇ ਐਵੇਂ ਹੀ ਕੀਤਾ ਸੀ। ਪਹਿਲਾਂ ਤਾਂ ਸਰਕਾਰ
ਜਨਤਾ ਦਲ ਐਸ ਤੇ ਕਾਂਗਰਸ ਦੀ ਬਣ ਗਈ ਸੀ ਸ਼ੁਰੂਆਤੀ ਦੌਰ ਦੇ ਵਿੱਚ, ਤਾਂ ਉਹਨਾਂ ਦੇ ਲੀਡਰ ਡਿਫੈਕਟ ਕਰਾਏ 11 ਦੇ ਕਰੀਬ। ਉਦੋਂ ਬਾਅਦ ਆਪਣੀ ਸਰਕਾਰ ਬਣਵਾਤੀ, ਫਿਰ ਆਪਣੇ ਵੀ ਕਰਪਸ਼ਨ ਕਰਕੇ ਚੀਫ ਮਿਨਿਸਟਰ ਬਦਲਨੇ ਪਏ। ਔਰ ਇਸੇ ਤਰੀਕੇ ਨਾਲ ਜਿਹੜਾ ਇਹ ਤਰੀਕਾ ਹੁੰਦਾ ਬਾਈ ਫੋਰਸ ਬਦਲਣ ਦਾ, ਮੈਨੂੰ ਲੱਗਦਾ ਹੈ ਪਬਲਿਕ ਸੈਂਟੀਮੈਂਟ ਉਹਨੂੰ ਮਤਲਬ ਅਡਾਪਟ ਨਹੀਂ ਕਰਦਾ। ਲੋਕ ਇਹ ਕਹਿੰਦੇ ਨੇ ਯਾਰ ਇਹ ਤਾਂ ਨਹੀਂ ਠੀਕ ਗੱਲ, ਘੱਟੋ ਘੱਟ ਐ ਤਾਂ ਨਹੀਂ ਕਰਨਾ ਚਾਹੀਦਾ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ। ਜੀ ਹਾਂ, ਇਹ ਜਿਹੜਾ ਤਰੀਕਾ ਹੈ 2014 ਤੋਂ ਲੈ ਕੇ 2022 ਤੱਕ, ਇਹ ਜਿਹੜੇ ਟਨਿਓਰ ਹੈ ਬੀਜੇਪੀ ਦਾ, ਹੁਣ ਤੱਕ ਚੁਣੇ ਹੋਏ ਐਮਪੀ ਔਰ ਐਮਐਲਏ ਦੇਸ਼ ਦੇ, ਉਹਦਾ 35% ਨੇ ਡਿਫੈਕਟ ਕੀਤਾ ਹੈ। 35% ਜੀ ਚੋਂ ਵੱਡੇ ਪੱਧਰ ਤੇ ਬੀਜੇਪੀ ਵੱਲ ਗਏ ਨੇ ਬੰਦੇ। ਮਤਲਬ ਇਹਦੇ ਚ ਸਾਰੇ ਸਟੇਟਾਂ ਦੀਆਂ ਸਰਕਾਰਾਂ ਤੋੜਨੀਆਂ, ਅਰੁਣਾਚਲ ਤੋਂ ਲੈ ਕੇ ਮੱਧ ਪ੍ਰਦੇਸ਼ ਦੀ ਬਜਾਏ ਮਹਾਰਾਸ਼ਟਰ ਡਿਫਰੈਂਟ ਟਾਈਪ ਦਾ। ਹੁਣ ਤੁਸੀਂ ਦੇਖ ਲਓ ਗੋਆ ਵੀ ਵੀ ਵਿੱਚ ਸ਼ਾਮਲ ਹੈ। ਗੋਆ ਵੀ ਕਿੰਨਾ ਜ਼ੋਰ ਲੱਗਦਾ ਹੈ। ਕਿਸੇ ਦੇਸ਼ ਚ 35% ਦਾ ਮਤਲਬ ਹੈ ਕੋਈ 1/3 ਤੋਂ ਜ਼ਿਆਦਾ ਐਮਪੀ ਐਮਐਲਏ ਟ੍ਰਾਂਸਫਰ ਹੋ ਗਏ, ਹੁਣ ਇੱਕ ਪਾਰਟੀ ਤੋਂ ਲੜੇ ਦੂਜੀ ਚਲੇ ਗਏ। ਹੁਣ ਜੀ। ਇਸ ਲਈ ਜਿਹੜਾ ਦਲ ਬਦਲੀ ਵਿਰੋਧੀ ਕਾਨੂੰਨ ਜੇ ਉਹ ਮਜ਼ਾਕ ਬਣ ਕੇ ਰਹਿ ਗਿਆ। ਬੋਲੀ ਲੱਗਦੀ ਹੈ ਜਾਂ ਡਰ ਦਾ ਮਾਹੌਲ ਹੈ, ਦੋ ਹੀ ਚੀਜ਼ਾਂ ਨੇ, ਹੋਰ ਤਾਂ ਕੋਈ ਤਰੀਕਾ ਹੀ ਨਹੀਂ ਹੁੰਦਾ ਕਿ ਐਡੀ ਛੇਤੀ ਜਾਂ ਪਾਵਰ ਦੀ ਲਲਕ ਹੁੰਦੀ ਹੈ ਜਾਂ ਫਿਰ ਡਰ ਹੈ। ਬਹੁਤਾ ਡਰ ਹੈ ਵੈਸੇ ਪਾਵਰ ਤੋਂ ਵੀ ਜ਼ਿਆਦਾ। ਪਾਵਰ ਤਾਂ ਕਈ ਵਾਰ ਉਹਨਾਂ ਸਰਕਾਰਾਂ 'ਚ ਵੀ ਮਿਲਦੀ ਹੈ, ਉੱਥੇ ਵੀ ਤੁਸੀਂ ਸੀਗੇ ਮੰਤਰੀ ਕਈ ਬੰਦੇ ਬੜੇ ਹੋਏ। ਹੁਣ ਜਿਹੜਾ ਮਹਾਰਾਸ਼ਟਰ ਦੇ ਵਿੱਚ ਚੱਲਦਾ, ਇਹ ਤੋਂ ਪਹਿਲਾਂ ਸ਼ਿਵ ਸੈਨਾ ਤੋੜੀ ਤੇ ਸ਼ਿਵ ਸੈਨਾ ਦੀ ਬਜਾਏ ਹੁਣ ਐਨਸੀਪੀ ਉਸੇ ਮਾਮਲੇ ਦੇ ਵਿੱਚ ਹੋ ਗਈ। ਔਰ ਜਿਹੜਾ ਓਰੀਜਨਲ ਗਰੁੱਪ ਪਹਿਲਾਂ ਵਾਲਾ ਸੀ ਸ਼ਿਵ ਸੈਨਾ ਦਾ, ਔਰ ਉਹ ਪਬਲਿਕ ਦੇ ਵਿੱਚ ਮੈਸੇਜ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਉਹਨਾਂ ਨਾਲ ਕਾਫੀ ਪਬਲਿਕ ਉਹਨਾਂ ਦੀ ਹਮਦਰਦੀ ਉਹਨਾਂ ਨਾਲ ਹੈ, ਜਿਹੜੇ ਸਪਲੈਂਟਰ ਗਰੁੱਪ ਦੀ ਬਜਾਏ। ਤਾਂ ਸ਼ਰਦ ਪਵਾਰ ਵੀ ਇਹੀ ਕਹਿ ਰਹੇ ਨੇ ਐਨਸੀਪੀ ਦੇ ਵਿੱਚ ਕਿ ਅਸੀਂ ਲੋਕਾਂ ਕੋਲ ਜਾਵਾਂਗੇ, ਜਿਹੜਾ ਇਹ ਮਾਲ ਹੈ ਬਕਾਊ ਉਤੇ ਇਹ ਹੋਰ ਤਰ੍ਹਾਂ ਦਾ, ਇਹਦੇ ਖਿਲਾਫ ਅਸੀਂ ਕਰਾਂਗੇ। ਪਰ ਇਹਦਾ ਕੀ ਇਮੀਡੀਏਟ ਇੰਪੈਕਟ ਪੈਂਦਾ ਉਹ ਤਾਂ ਅਲੱਗ ਗੱਲ ਹੈ। ਇੱਕ ਗੱਲ ਕਲੀਅਰ ਹੋ ਗਈ ਹੈ ਜਿਹੜੀ ਸਾਫ਼ ਸਾਡੇ, ਇੱਕ ਤਾਂ ਇਹ ਹੈ ਕਿ ਸਾਡੀ ਰਾਜਨੀਤੀ ਦਾ ਜਿਹੜਾ ਨਾ ਕਦਰਾਂ ਕੀਮਤਾਂ ਨੇ, ਵੈਲਿਊ ਸਿਸਟਮ ਹੈ, ਉਹ ਅਕ੍ਰੋਸ ਪਾਰਟੀ ਕੋਈ ਬਚੀ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਜਿਹੜੀਆਂ ਸਿਆਸੀ ਵਿਚਾਰਧਾਰਕ ਵਖਰੇਵੇਂ ਸੀ, ਉਹ ਚਾਹੇ ਬੀਜੇਪੀ ਹੋਵੇ ਚਾਹੇ ਜਿਹੜੀਆਂ ਮਰਜ਼ੀ ਪਾਰਟੀਆਂ, ਉਹ ਵੀ ਲਗਭਗ ਵਿਟ ਚੁੱਕੇ ਨੇ। ਹੁਣ ਜਿਹੜੀ ਮਰਜ਼ੀ ਪਾਰਟੀ ਚੋਂ ਜਿਹੜੀ ਮਰਜ਼ੀ ਪਾਰਟੀ 'ਚ ਬੰਦਾ ਚਲਾ ਜਾਂਦਾ, ਕੋਈ ਬਾਹਲਾ ਬੌਦਰ ਨਹੀਂ ਕਰਦਾ ਕਿ ਤੁਸੀਂ ਇਸੇ ਕੰਮ ਲਈ ਆਏ ਹੋ, ਸੱਤਾ ਲਈ, ਸੱਤਾ 'ਚ ਜਾਂਦੇ ਰਹੋ, ਜੋ ਮਰਜ਼ੀ ਕਰੋ। ਤੇ ਤੀਜਾ ਇਹ ਹੈ ਕਿ ਸਾਡੀ ਸਿਆਸਤ ਨੂੰ ਇਸ ਪਾਸੇ ਵੱਲ ਚੱਲਣਾ ਪਏਗਾ ਸੀਰੀਅਸਲੀ। ਈਵਨ ਆਪੋਜੀਸ਼ਨ ਦਾ ਵੀ ਏਜੰਡਾ ਬਣਨਾ ਚਾਹੀਦਾ ਹੈ, ਜਿਹੜੀ ਬੀਜੇਪੀ ਦੇ ਖਿਲਾਫ ਕੰਸੋਲੀਡੇਟ ਹੋ ਰਹੀ ਹੈ। ਉਹਦਾ ਇੱਕ ਮਿਨੀਮਮ ਏਜੰਡਾ ਬਣਾਉਣ ਲਈ ਉਹਨਾਂ ਨੇ ਮੀਟਿੰਗ ਵੀ ਰੱਖੀ ਹੈ 17-18 ਜੁਲਾਈ ਨੂੰ। ਹੁਣ ਬੰਗਲੌਰ 'ਚ ਦੁਬਾਰਾ ਹੋ ਰਹੀ ਹੈ ਮੀਟਿੰਗ, ਜਿਹੜੀ 11-12 ਨੂੰ ਰੱਖੀ ਸੀ, 12-13 ਦੀ, ਉਹ ਹੁਣ ਪੋਸਟਪੋਨ ਕਰਕੇ 17-18 ਨੂੰ ਹੋ ਰਹੀ ਹੈ। ਉਹਦਾ ਕਹਿੰਦੇ ਨੇ ਕਿ ਮੇਜਰ ਮੁੱਦਾ ਹੋਏਗਾ ਮਿਨੀਮਮ ਏਜੰਡਾ। ਇਸ ਲਈ ਮਿਨੀਮਮ ਏਜੰਡਾ ਤੈਅ ਕਰੇਗਾ ਕਿ ਬੀਜੇਪੀ ਦੀ ਲਾਈਨ ਖਿੱਚਦੀ ਹੈ ਕਿ ਨਹੀਂ। ਜੇ ਉਹ ਬੀਜੇਪੀ ਦੇ ਪੈਰਾਡਾਈਮ ਤੋਂ ਬਿਲਕੁਲ ਅਲੱਗ ਖੜਨਗੇ ਤਾਂ ਲੋਕ ਉਹਦੇ ਨਾਲ ਸਾਥ ਦੇ ਦੇਣਗੇ। ਜੇ ਇਦੋਂ ਪਹਿਲਾਂ ਜਿਹੜੀ ਕਮਜ਼ੋਰੀ ਉਹਨਾਂ ਦੇ ਵਿੱਚ ਸੀ, ਬੀਜੇਪੀ ਨੂੰ ਕਾਊਂਟਰ ਕਰਨ ਦੀ ਬਜਾਏ ਰਾਹੁਲ ਗਾਂਧੀ ਵੀ ਆਪਾਂ ਦੇਖਿਆ ਕਈ ਸਟੇਟਾਂ 'ਚ ਜਾਂ ਪਹਿਲੀਆਂ ਲੋਕ ਸਭਾ 'ਚ ਵੀ 2019 'ਚ ਉਹ ਜਨੇਊ ਪਾ ਕੇ ਮੰਦਰ ਜਾਣ ਲੱਗ ਗਿਆ ਸੀ, ਬਾਕੀ ਚੀਜ਼ਾਂ ਸੀ, ਲਗਭਗ ਉਸੇ ਲਾਈਨ ਦੇ ਵਿੱਚ ਖੜ ਕੇ ਵੋਟਾਂ ਮੰਗਣ ਲੱਗ ਗਏ ਸੀ। ਜਦੋਂ ਦਾ ਰਾਹੁਲ ਗਾਂਧੀ ਨੇ ਖਾਸ ਤੌਰ ਤੇ ਭਾਰਤ ਜੋੜੋ ਯਾਤਰਾ ਕੀਤੀ, ਉਦੋਂ ਦੋ ਸਲੋਗਨ ਜਿਹੜੇ ਵੱਡੇ ਸੀ ਜੀ, ਇੱਕ ਇਹ ਨਫ਼ਰਤ ਦੀ ਦੁਕਾਨ ਹੈ, ਮਤਲਬ ਸ਼ੋਰੂਮ ਹੈ, ਮੈਂ ਮੁਹੱਬਤ ਦੀ ਦੁਕਾਨ ਖੋਲੀ ਹੈ। ਦੂਜਾ ਉਹ ਕਾਰਪੋਰੇਟ ਆਪਣੇ ਦੋਸਤਾਂ ਨੂੰ ਮਤਲਬ ਖੁਸ਼ ਕਰਨਾ ਚਾਹੁੰਦੇ ਨੇ, ਦੇਸ਼ ਵੇਚਣਾ। ਅਸੀਂ ਪਬਲਿਕ ਦੀ ਗੱਲ ਕਰਦੇ ਆ ਉਹਨਾਂ ਦੇ ਮੁਕਾਬਲੇ। ਇਹ ਜਿਹੜੇ ਦੋ ਬਹੁਤ ਘਰ ਕਰਨ ਵਾਲੇ ਲੋਕਾਂ ਦੇ ਦਿਲਾਂ 'ਚ ਸਲੋਗਨ ਨੇ ਇਸ ਸਾਲ, ਜੇ ਤਾਂ ਇਹ ਲਾਈਨ ਕੱਢ ਕੇ ਕੋਈ ਵੱਡੇ ਵੱਡਾ ਏਜੰਡਾ ਬਣੇਗਾ ਆਪੋਜੀਸ਼ਨ ਦਾ, ਤਾਂ ਸ਼ਾਇਦ ਬੀਜੇਪੀ ਦੀ ਉਹ ਗੱਲ ਕਾਟ ਨਾ ਕਰ ਸਕੇ ਤੇ ਬੀਜੇਪੀ ਦਾ ਧਰਾਤਲ ਹਿੱਲ ਜੇ। ਕਿਉਂਕਿ ਬੇਸਿਕਲੀ ਤਾਂ ਲੋਕਾਂ ਦੀ ਇਹ ਲੋੜ ਹੈ ਨਾ, ਉਹ ਕਾਰਪੋਰੇਟ ਤੋਂ ਵੀ ਤੰਗ ਨੇ, ਨੌਕਰੀਆਂ ਮਿਲ ਨਹੀਂ ਰਹੀਆਂ, ਬੁਰਾ ਹਾਲ ਹੈ, ਨੌਕਰੀਆਂ ਚਲੀਆਂ ਜਾ ਰਹੀਆਂ ਨੇ। ਦੂਜਾ ਜਿਹੜਾ ਨਫ਼ਰਤ ਹੈ, ਜਿਹਦੇ ਨਾਲ ਰੋਜ਼ ਦੰਗੇ ਵਾਲਾ ਮਾਹੌਲ ਬਣਿਆ ਰਹਿੰਦਾ, ਹਜੂਮੀ ਹਿੰਸਾ ਵੱਖ-ਵੱਖ ਟਾਈਪ ਦੇ, ਇਹਦੇ ਤੋਂ ਵੀ ਸਧਾਰਨ ਆਦਮੀ ਹਮੇਸ਼ਾ ਤੰਗ ਹੁੰਦਾ, ਜਿਹੜੇ ਰਾਈਟ ਥਿੰਕਿੰਗ ਲੋਕ ਨੇ। ਜਿੰਨਾ ਚਿਰ ਕੋਈ ਧਿਰ ਨਹੀਂ ਖੜਦੀ ਉਹਨਾਂ ਨਾਲ, ਤਾਂ ਡਰਿਆ ਹੋਇਆ ਵੀ ਵੋਟ ਪਾ ਦਿੰਦਾ ਬਹੁਤ ਵਾਰ ਵੀ ਯਾਰ ਇਹਨਾਂ ਨੇ ਆਉਣਾ, ਕਾਹਨੂੰ ਆਪਾਂ ਬਖਰੇਵਾਂ। ਜਦ ਪੋਲੀਟੀਕਲ ਧਿਰ ਪਰਮਾਨੈਂਟਲੀ ਖੜ ਜਾਊਗੀ ਉਸ ਤਰੀਕੇ ਦੇ ਨਾਲ, ਸ਼ਾਇਦ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਦੂਸਰੇ ਪਾਸੇ ਖੜਨ ਲਈ ਤਿਆਰ ਹੋਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹਦੇ ਤੋਂ ਹੀ ਬੀਜੇਪੀ ਨੂੰ ਡਰ ਨਜ਼ਰ ਆਉਂਦਾ। ਔਰ ਜਦੋਂ ਕਹਿੰਦੇ ਨੇ ਵਿਚਾਰਧਾਰਾ ਦੀ ਲੜਾਈ ਹੈ, ਹੁਣ ਜਦੋਂ ਵਿਚਾਰਧਾਰਾ ਦੀ ਲੜਾਈ ਦਾ ਸਲੋਗਨ, ਹਾਂ ਰਾਹੁਲ ਮੈਂ ਕਿਹਾ ਲਗਾਤਾਰ ਇਹੀ ਗੱਲ ਕਹਿ ਰਿਹਾ ਇਹ, ਹਾਂ ਇਹ ਹੁਣ ਉਦੋਂ ਬਾਅਦ ਦਾ ਉਹਨਾਂ ਨੇ ਚੇਂਜ ਕੀਤਾ। ਜਿਹੜੀ ਲੜਾਈ ਉਹਨਾਂ ਦੇ ਪੈਰਾਡਾਈਮ 'ਚ ਲੜ ਕੇ ਲੈ ਕੇ ਉਹਨਾਂ ਲੜੀ 2014 ਔਰ 19 'ਚ, ਉਹ ਹਾਰ ਗਏ ਬੁਰੀ ਤਰ੍ਹਾਂ।
ਹੁਣ ਜਿਹੜੀ ਲੜਾਈ ਉਹ ਬਿਲਕੁਲ ਅਲੱਗ ਹੋ ਕੇ ਲੜ ਰਿਹਾ, ਵਿਚਾਰਧਾਰਾ ਦੇ ਕ੍ਰਾਈਸਿਸ ਦੀ ਗੱਲ ਹੈ, ਤਾਂ ਇਹਦੇ ਚ ਗੇਨ ਵੀ ਹੋ ਰਿਹਾ ਤੇ ਦੂਜੀਆਂ ਪਾਰਟੀਆਂ ਕਾਂਗਰਸ ਦੇ ਨੇੜੇ ਵੀ ਆ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਹਿਲਾਂ ਉਹ ਕਾਂਗਰਸ ਨੂੰ ਕਹਿੰਦੇ ਵੀ ਤੁਸੀਂ ਰਹਿਣ ਦਿਓ, ਤੁਹਾਡਾ ਕੁਛ ਨਹੀਂ ਹੈ ਜਾਂ ਫਲਾਨਾ ਨਹੀਂ ਹੈ। ਹੁਣ ਉਹ ਮਜਬੂਰੀ ਦੇ ਵਿੱਚ ਇੱਕ ਗੱਲ ਹੋਰ ਉਹਨੇ ਕੀਤੀ ਜਿਹੜੀ ਬਿਹਤਰ ਗੱਲ ਸੀ ਮੇਰੇ ਖਿਆਲ ਹੈ, ਕਿ ਅਸੀਂ ਸੀਟਾਂ ਘਟਾ ਵੀ ਲਵਾਂਗੇ, ਜਿੱਥੇ ਸਾਡੀਆਂ ਪੱਕੀਆਂ ਵੀ ਆਉਂਦੀਆਂ ਨੇ ਅਸੀਂ ਉਹਨੂੰ ਵੀ ਛੱਡ ਸਕਦੇ ਹਾਂ। ਗੱਲ ਇਹ ਹੈ ਕਿ ਕੇਵਲ ਸਿਧਾਂਤਕ ਲੜਾਈ ਵੱਡੀ ਹੈ ਤੇ ਪਹਿਲਾਂ ਇਹਨੂੰ ਲੜ ਲਿਆ ਜਾਵੇ। ਜਿਹੜਾ ਇਹ ਗਿਵ ਐਂਡ ਟੇਕ ਦਾ ਜਿਹੜਾ ਇੱਕ ਮਾਹੌਲ ਬਣਾਉਣਾ ਹੁੰਦਾ, ਇੱਕ ਦੂਜੇ ਤੇ ਭਰੋਸਾ ਬਿਲਡ ਕਰਨਾ ਹੁੰਦਾ, ਇਹ ਕਾਫੀ ਵੱਡਾ ਇਸ਼ੂ ਹੈ ਮੇਰੇ ਖਿਆਲ ਹੈ। ਔਰ ਇਸੇ ਕਰਕੇ ਬੀਜੇਪੀ ਇਹਨੂੰ ਪੋਲਰਾਈਜ਼ ਕਰਨ ਦੇ ਤਰੀਕੇ 'ਚ ਵੀ ਜਿੰਨਾ ਜਲਦੀ ਪੋਲਰਾਈਜ਼ ਹੋ ਜੇ ਉਹਨਾਂ ਤੋਂ ਪਹਿਲਾਂ ਉਹ ਟਰਾਈ ਕਰ ਰਹੀ ਹੈ ਯੂਸੀਸੀ ਦੇ ਮਾਮਲੇ 'ਚ। ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਮਣੀਪੁਰ 'ਚ ਜੋ ਕੁਝ ਵਾਪਰਿਆ ਲਗਭਗ ਪਿਛਲੇ 2 ਮਹੀਨੇ ਤੋਂ, ਔਰ ਪ੍ਰਧਾਨ ਮੰਤਰੀ ਜਿਨ੍ਹਾਂ ਦੀ ਕਿ ਮੁੱਖ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਘੱਟੋ ਘੱਟ ਉਹ ਸ਼ਾਂਤੀ ਦੀ ਅਪੀਲ ਕਰਨ, ਲੋਕਾਂ ਨੂੰ ਉੱਥੇ ਅਮਨ ਬਣਾ ਕੇ ਰੱਖਣ ਦੀ ਅਪੀਲ ਕਰਨ, ਉੱਥੇ ਉਹਨਾਂ ਦੀ ਆਪਣੀ ਸਰਕਾਰ ਹੈ, ਉੱਥੇ ਉਹ ਠੀਕ ਕਰਨ ਦਾ ਯਤਨ ਕਰਨ, ਜਦੋਂ ਕਿ ਸਰਵ ਦਲ ਦੀ ਮੀਟਿੰਗ ਵੀ ਜਿਹੜੀ ਇਹ ਹੋਈ ਹੈ ਔਰ ਉਸ ਤੋਂ ਬਾਅਦ ਵੀ ਉੱਥੇ ਕੁਝ ਇਸ ਤਰ੍ਹਾਂ ਦਾ ਨਹੀਂ ਵਾਪਰਿਆ। ਪਰ ਰਾਹੁਲ ਗਾਂਧੀ ਨੇ ਉੱਥੇ ਜਾ ਕੇ ਇੱਕ ਲੰਬੀ ਜਿਹੜੀ ਲਕੀਰ ਖਿੱਚੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਬੀਜੇਪੀ ਉੱਥੇ ਚੁੱਪ ਰਹਿ ਕੇ, ਪ੍ਰਧਾਨ ਮੰਤਰੀ ਉੱਥੇ ਚੁੱਪ ਰਹਿ ਕੇ ਉਹ ਪੋਲਰਾਈਜੇਸ਼ਨ ਨੂੰ ਜ਼ਿਆਦਾ ਹਵਾ ਦੇ ਰਿਹਾ? ਪੋਲਰਾਈਜੇਸ਼ਨ ਨੂੰ ਹੀ ਲੱਗਦਾ ਹਵਾ ਦੇ ਰਹੇ ਨੇ ਜ਼ਿਆਦਾ, ਕਿਉਂਕਿ ਤੁਸੀਂ ਪਿਛਲੇ ਦਿਨਾਂ 'ਚ ਦੇਖੋ, ਪਰਸੋਂ ਇੱਕ ਚਰਚਾ ਚੱਲੀ ਸੀ 2 ਦਿਨ ਪਹਿਲਾਂ, ਕਿ ਜਿਹੜਾ ਮਨੀਪੁਰ ਦਾ ਚੀਫ ਮਿਨਿਸਟਰ ਹੈ ਉਹ ਅਸਤੀਫਾ ਦੇਣ ਜਾ ਰਿਹਾ ਰਾਜ ਭਵਨ ਦੇ ਵਿੱਚ, ਕਿਉਂਕਿ ਮਾਮਲਾ ਲਾ ਐਂਡ ਆਰਡਰ ਦਾ ਟੈਕਲ ਨਹੀਂ ਹੋ ਰਿਹਾ ਜੇ ਉਹ। ਤਾਂ ਉਹ ਜਿਹੜਾ ਮੈਜੋਰਿਟੀ ਕਬੀਲਾ ਹੈ, ਕਿਉਂਕਿ ਉੱਥੇ ਟ੍ਰਾਈਬ ਨੇ, ਅਸਲ 'ਚ ਉਸ ਤਰ੍ਹਾਂ ਦਾ ਹਿੰਦੂਤਵ ਨਹੀਂ ਹੈ ਜਿਹੜਾ ਇਹ ਬਣਨਾ ਚਾਹੁੰਦੇ ਨੇ, ਉਹਨਾਂ ਦਾ ਇਕੱਠ ਕੀਤਾ ਗਿਆ ਬਕਾਇਦਾ, ਆਰਗੇਨਾਈਜ਼ ਕੋਠੀ ਘੇਰੀ ਗਈ ਕਿ ਤੂੰ ਅਸਤੀਫਾ ਨਹੀਂ ਦੇਗਾ। ਹੁਣ ਜਦੋਂ ਉੱਪਰੋਂ ਸਰਕਾਰਾਂ ਇਸ ਢੰਗ ਨਾਲ ਮੈਨੇਜ ਕਰ ਰਹੀਆਂ ਹੋਣ ਕਿ ਆਪਾਂ ਇਸ ਤਰ੍ਹਾਂ ਨਾਲ ਸਟੇਟ ਬਚਾਉਣੀ ਹੈ ਜਾਂ ਬਾਕੀ, ਤੁਸੀਂ ਸੇਮ ਮਾਮਲਾ ਕਰਕੇ ਦੇਖੋ ਕਿ ਗੋਧਰਾ ਤੋਂ ਬਾਅਦ ਕਿੰਨਾ ਵੱਡਾ ਪ੍ਰੈਸ਼ਰ ਸੀ। ਅਟਲ ਬਿਹਾਰੀ ਵਾਜਪਾਈ ਨੇ ਬੀਗੇ ਪ੍ਰਾਈਮ ਮਿਨਿਸਟਰ ਇਹ ਕਿਹਾ ਸੀਗਾ ਕਿ ਰਾਜ ਧਰਮ ਨਹੀਂ ਨਿਭਾਇਆ ਗਿਆ ਚੀਫ ਮਿਨਿਸਟਰ ਤੋਂ ਉੱਥੇ, ਤੇ ਉਦੋਂ ਬਾਅਦ ਜਦੋਂ ਇਹ ਆਇਆ ਕਿ ਮੋਦੀ ਤੋਂ ਅਸਤੀਫਾ ਲਿਆ ਜਾ ਸਕਦਾ, ਤਾਂ ਕਿੰਨਾ ਹਜੂਮ ਵਾਜਪਾਈ ਦੇ ਖਿਲਾਫ ਵੀ ਉਸ ਹਾਲ ਦੇ ਵਿੱਚੋਂ ਨਾਅਰੇਬਾਜ਼ੀ ਹੋਈ ਮੋਦੀ ਦੇ ਪੱਖ 'ਚ, ਤੇ ਮੋਦੀ ਕਾਇਮ ਰਹੇ ਚੀਫ ਮਿਨਿਸਟਰ ਦੇ ਤੌਰ ਤੇ ਲਾ ਐਂਡ ਆਰਡਰ ਦੀ ਇੰਨੀ ਮਾੜੀ ਹਾਲਤ ਦੇ ਬਾਵਜੂਦ, ਬਲੇਮ ਲੱਗਣ ਦੇ ਬਾਵਜੂਦ ਕਿ ਤੁਹਾਡਾ ਦੰਗੇ ਕਰਾਉਣ 'ਚ ਡਾਇਰੈਕਟ ਹੱਥ ਹੈ, ਤੇ ਇਹਦੇ ਬਾਵਜੂਦ ਵੀ ਨਹੀਂ ਅਸਤੀਫਾ ਦਿੱਤਾ ਸੀ। ਤਾਂ ਇਹ ਬੀਜੇਪੀ ਇਸ ਗੱਲ ਦੇ ਵਿੱਚ ਤਾਂ ਮਾਹਰ ਹੈ ਹੀ ਹੈ, ਇਹ 'ਚ ਤਾਂ ਕੋਈ ਦੋ ਰਾਮਾ ਨਹੀਂ, ਜਿਹੜੇ ਮਾਮਲੇ ਦੇ ਵਿੱਚ ਉਹ ਕਰ ਰਹੀ ਹੈ ਉਹ ਉਸ ਤਰੀਕੇ ਦਾ, ਔਰ ਉਹ ਹਰ ਹਰਬਾ ਵਰਤ ਰਹੀ ਹੈ ਉਸ ਸਾਰੇ ਮਾਮਲਿਆਂ ਦੇ ਵਿੱਚ ਚੱਲਦੇ ਚੱਲਦੇ। ਹੁਣ ਸਵਾਲ ਕੇਵਲ ਇੰਨਾ ਹੀ ਹੈ ਕਿ ਜਿਹੜਾ ਖਲਾ ਹੈ ਉਹ, ਜਿਹੜਾ ਲੋਕਾਂ ਦੇ ਦਿਮਾਗਾਂ ਦੇ ਵਿੱਚ ਇੱਕ ਨਾਰਾਜ਼ਗੀ ਘਰ ਕਰਦੀ ਹੈ ਕਿਤੇ ਨਾ ਕਿਤੇ ਹੋਰ, ਉਹਨੂੰ ਮਤਲਬ ਕੰਸੋਲੀਡੇਟ ਕਰਨ ਵਾਲੀ ਕਿਹੜੀ ਧਿਰ ਹੈ? ਜੇ ਤਾਂ ਆਪੋਜੀਸ਼ਨ ਇਕੱਠੀ ਹੋ ਗਈ, ਇੱਕ ਮਿਨੀਮਮ ਏਜੰਡੇ ਤੇ ਵੀ ਸਹਿਮਤੀ ਹੋ ਗਈ, ਫਿਰ ਤਾਂ ਕੋਈ ਲੋਕਾਂ ਨੂੰ ਲੱਗਦਾ ਕਿ ਹਾਂ ਕੰਸੋਲੀਡੇਟ ਹੋ ਗਿਆ, ਠੀਕ ਹੈ ਗੱਲ, ਲੋਕ ਲੜਾਈ ਲੜ ਪਾਉਂਦੇ ਨੇ, ਕਿਉਂਕਿ ਲੀਡਰਸ਼ਿਪ ਤੋਂ ਬਿਨਾਂ, ਆਰਗੇਨਾਈਜੇਸ਼ਨ ਤੋਂ ਬਿਨਾਂ ਲੜਾਈ ਲੜਨੀ ਬੜੀ ਮੁਸ਼ਕਲ ਹੈ। ਹੈ ਨਾ ਅਮੀਰ ਸਿੰਘ ਜੀ, ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਹੁਣੀ ਉੱਥੇ ਗਏ ਔਰ ਲੋਕਾਂ ਨੇ ਜਿਸ ਤਰ੍ਹਾਂ ਉਹਨਾਂ ਨੂੰ ਹੱਥਾਂ ਤੇ ਚੱਕਿਆ, ਲੋਕ ਉਹਨਾਂ ਨੂੰ ਜਿਸ ਤਰ੍ਹਾਂ ਮਿਲੇ, ਉਹਨਾਂ ਨੇ ਆਪਣੇ ਦੁੱਖ ਦੱਸੇ, ਔਰ ਜਿਸ ਤਰ੍ਹਾਂ ਉਹਨਾਂ ਨੇ ਉੱਥੇ ਮੁਹੱਬਤ ਦੀ ਦੁਕਾਨ ਦੀ, ਅਮਨ ਸ਼ਾਂਤੀ ਦੀ ਪ੍ਰਾਇੋਰਟੀ ਦੀ ਗੱਲ ਕੀਤੀ, ਉਹ ਲੱਗਦਾ ਤਾਂ ਹੈ ਕਿ ਲੋਕ ਤਾਂ ਇਹ ਗੱਲ ਚਾਹੁੰਦੇ ਆ, ਅਸਲ 'ਚ ਸ਼ਾਂਤੀ ਚਾਹੁੰਦੇ ਆ ਉੱਥੇ। ਨਾਰਮਲੀ ਤਾਂ ਬੰਦਾ ਸ਼ਾਂਤੀ ਚਾਹੁੰਦਾ ਹੀ ਹੁੰਦਾ, ਹਰ ਬੰਦਾ ਸ਼ਾਂਤੀ ਚਾਹੁੰਦਾ, ਰੋਜ਼ ਮਤਲਬ ਦੰਗਾ ਫਸਾਦ ਕੌਣ ਚਾਹੁੰਦਾ? ਜੇ ਸਧਾਰਨ ਬੰਦੇ ਜਿਹੜੇ ਬੈਲੈਂਸ ਲੈਵਲ ਤੇ ਕੋਈ ਵੀ ਨਹੀਂ ਚਾਹੁੰਦਾ। ਰੌਲਾ ਤਾਂ ਕਈ ਵਾਰ ਮਜਬੂਰੀਆਂ ਨੇ ਜਾਂ ਤੁਸੀਂ ਉਸ ਪਾਸੇ ਵੱਲ ਧੱਕ ਅਮੀਰ ਸਿੰਘ ਜੀ, ਅਸੀਂ ਇੱਕ ਉੱਥੇ ਦੇਖ ਰਹੇ ਹਾਂ ਕਿ ਉੱਥੇ ਦੇਖੋ 250 ਚਰਚ ਸਾੜ ਦਿੱਤੇ, ਮੰਦਿਰ ਵੀ ਸਾੜ ਦਿੱਤੇ, ਤਾਂ ਉਹ ਲੱਗਦਾ ਤਾਂ ਇਹ ਹੀ ਹੈ ਨਾ ਕਿ ਜੇ ਸਰਕਾਰ ਨਹੀਂ ਬੋਲ ਰਹੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਉਹ ਇੱਕ ਉਹਦੇ ਵਿੱਚੋਂ ਕੋਈ ਨਾ ਕੋਈ ਰਾਜਸੀ ਲਾਹਾ ਲੈਣ ਦਾ ਯਤਨ ਹੋ ਰਿਹਾ ਨਾ। ਨਹੀਂ, ਨਾਰਮਲੀ ਤਾਂ ਮੈਨੂੰ ਇਹ ਲੱਗਦਾ ਕਿ ਪ੍ਰਾਈਮ ਮਿਨਿਸਟਰ ਜਾਂ ਇਹ ਨੇ ਜਿਹੜਾ ਇਹਨਾਂ ਦਾ ਇੱਕ ਕਿਰਦਾਰ ਜਾਂ ਸਿਸਟਮ ਹੀ ਇਹੋ ਜਿਹਾ। ਤੁਸੀਂ ਦੇਖੋ ਕਿ ਪਹਿਲਵਾਨ ਕੁੜੀਆਂ ਨੇ ਕਿੰਨਾ ਚਿਰ ਬੈਠੀਆਂ ਰਹੀਆਂ, ਕਿੱਡਾ ਜਰਸੀ ਸ਼ੋਸ਼ਣ ਦਾ ਮਾਮਲਾ ਹੈ, ਤੁਹਾਡੀਆਂ ਧੀਆਂ ਨੇ ਓਲੰਪਿਕ ਤੋਂ ਲੈ ਕੇ ਕਾਮਨਵੈਲਥ, ਏਸ਼ੀਅਨ ਗੇਮ 'ਚ ਗੋਲਡ ਮੈਡਲਿਸਟ ਨੇ, ਪ੍ਰਧਾਨ ਮੰਤਰੀ ਬੁਲਾ ਬੁਲਾ ਰੋਟੀ ਖਾਂਦੇ ਨੇ, ਕਹਿੰਦਾ ਮੈਂ ਤੁਹਾਡਾ ਫਾਦਰ ਆ, ਬੈਠ ਕੇ ਟੇਬਲ ਤੇ ਉਦੋਂ ਜਦੋਂ ਜਿੱਤ ਕੇ ਆਉਂਦੀਆਂ ਨੇ। ਮੁੜ ਕੇ ਅੱਜ ਤੱਕ ਵੀ ਕੋਈ ਸ਼ਬਦ ਸੁਣਿਆ ਪ੍ਰਧਾਨ ਮੰਤਰੀ ਦੇ ਰਾਜ ਮੂੰਹੋਂ? ਕੋਈ ਵੀ ਇੱਕ ਵੀ? ਪੂਰੇ ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਦਾ ਕੋਈ ਸ਼ਬਦ ਸੁਣਿਆ ਸੀ? ਪੂਰੇ ਮਤਲਬ ਸ਼ਹੀਦ ਬਾਗ ਦੇ ਅੰਦੋਲਨ, ਉਹ ਪ੍ਰਧਾਨ ਮੰਤਰੀ ਸਭ ਤੋਂ ਜ਼ਿਆਦਾ ਬੋਲਦੇ, ਪਰ ਜਦੋਂ ਵੀ ਇਹੋ ਜਿਹੇ ਪੱਕੇ ਵੱਡੇ ਮਾਮਲੇ ਆਉਂਦੇ ਨੇ ਕ੍ਰਾਈਸਿਸ, ਉਦੋਂ ਪ੍ਰਧਾਨ ਮੰਤਰੀ ਸਾਇਲੈਂਸ ਨੇ, ਖਾਮੋਸ਼ ਨੇ। ਇਹ ਉਹਨਾਂ ਦੀ ਸਟ੍ਰੈਟਜੀ ਹੈ, ਰਣਨੀਤੀ ਹੈ, ਤੇ ਜਾਂ ਚਣਕਿਆ ਨੀਤੀ ਹੈ ਵੀ ਪ੍ਰਧਾਨ ਮੰਤਰੀ ਨੂੰ ਕੁਝ ਨਹੀਂ ਬੋਲਣਾ ਚਾਹੀਦਾ, ਜਿਹੜੇ ਉਦੋਂ ਬਾਅਦ ਹੋਰਾਂ ਦੇ ਗਲ ਪੈਂਦੀ ਰਹੂ ਚੀਜ਼, ਮੁੜ ਕੇ ਤੁਸੀਂ ਉਦੋਂ ਆ ਜਾਓ ਜਦੋਂ ਮਾਮਲਾ ਠੀਕ ਜਿਹਾ ਹੋ ਗਿਆ, ਤੇ ਫਿਰ ਆ ਕੇ ਆਪਣੀ ਗੱਲ ਸ਼ੁਰੂ ਕਰ ਦਿਓ, ਭੁੱਲ ਜਾਓ ਪੁਰਾਣੀਆਂ ਚੀਜ਼ਾਂ।
ਇਹ ਇੱਕ ਸਟ੍ਰੈਟਜੀ ਦਾ ਹਿੱਸਾ ਮੈਨੂੰ ਲੱਗ ਰਿਹਾ ਓਵਰਆਲ ਜਿਹੜੀਆਂ ਗੱਲਾਂ ਤੇ ਦੇਖ ਰਹੇ ਨੇ। ਨਹੀਂ ਤਾਂ ਇਹ ਕਹਿੰਦੇ ਵੀ ਇੱਕ ਗੱਲ ਤੇ ਨਹੀਂ ਬੋਲਿਆ, ਦੂਜੀਆਂ ਤੇ ਬੋਲਦੇ ਹੋਏ ਕਿਸੇ ਵੀ ਕ੍ਰਿਟੀਕਲ ਗੱਲ ਤੇ ਪ੍ਰਧਾਨ ਮੰਤਰੀ ਨਹੀਂ ਬੋਲੇ, ਨਾਰਮਲੀ ਨਹੀਂ ਬੋਲ ਰਹੇ ਕਿਸੇ ਵੀ ਰੂਪ ਦੇ ਵਿੱਚ। ਬੜੀ ਹੀ ਇਹ ਖਤਰਨਾਕ ਗੱਲ ਹੁੰਦੀ ਹੈ। ਔਰ ਇਸੇ ਕਰਕੇ ਇਹ ਹੈ ਕਿ ਜੇ ਪ੍ਰਧਾਨ ਮੰਤਰੀ ਜਾਂਦੇ ਉੱਥੇ ਵਿਦੇਸ਼ 'ਚ ਜਾ ਕੇ ਇੰਨਾ ਸਮਾਂ ਲਾ ਕੇ ਆਏ ਨੇ, ਚੀਅਰ ਲੀਡਰ ਦੇ ਤਰ੍ਹਾਂ ਉਸ ਲੈਵਲ ਦੇ ਚੱਕ ਕੇ ਤੁਹਾਡਾ ਇੱਕ ਸੂਬਾ ਜਲ ਰਿਹਾ, ਬਲ ਰਿਹਾ ਪੂਰੀ ਤਰ੍ਹਾਂ, ਤੁਸੀਂ ਵਾਪਸ ਆ ਕੇ ਕੋਈ ਅਪੀਲ ਕਰਦੇ, ਉੱਥੇ ਜਾਂਦੇ ਔਰ ਜਾ ਕੇ ਬਹਿੰਦੇ। ਈਵਨ ਰਾਹੁਲ ਗਾਂਧੀ ਵੀ 2 ਦਿਨ ਲਈ ਗਏ, ਜੇ ਉੱਥੇ ਹਫ਼ਤੇ 10 ਦਿਨ ਬਹਿ ਜਾਂਦੇ ਨਾ, ਲੋਕਾਂ ਨਾਲ ਉਹੀ ਬੈਠਦੇ ਤਾਂ ਇਹਦਾ ਇੰਪੈਕਟ ਹੋਰ ਵੀ ਵੱਡਾ ਪੈਣਾ ਸੀ, ਮਹਾਤਮਾ ਗਾਂਧੀ ਦੀ ਤਰ੍ਹਾਂ। ਮਹਾਤਮਾ ਗਾਂਧੀ ਨੇ ਕਈ ਵਾਰ ਜਿੱਥੇ ਦੰਗੇ ਹੁੰਦੇ ਸੀ, ਜਦੋਂ ਬੰਗਾਲ ਦੇ ਵਿੱਚ ਵੀ ਜਾਂ ਵੱਖ-ਵੱਖ ਥਾਵਾਂ ਤੇ, ਬਿਹਾਰ 'ਚ ਜਾ ਕੇ ਉੱਥੇ ਬੈਠੇ, ਉੱਥੇ ਬੈਠ ਕੇ ਲੋਕਾਂ ਨਾਲ ਗੱਲਬਾਤ ਕਰਨੀ, ਡਿਫਰੈਂਟ ਕਮਿਊਨਿਟੀ ਲੀਡਰਾਂ ਨੂੰ ਮਿਲਣਾ, ਲੰਮਾ ਸਮਾਂ ਜਿੰਨਾ ਚਿਰ ਗੱਲ ਨਹੀਂ ਸੀ ਉਹ ਹੋ ਗਈ। ਔਰ ਫਿਰ ਮੋਰਲ ਅਥਾਰਟੀ ਦੇ ਤੌਰ ਤੇ ਮਰਨ ਵਰਤ ਰੱਖ ਦੇਣਾ ਵੀ ਜੇ ਦੰਗੇ ਬੰਦ ਨਹੀਂ ਕਰਦੇ ਮੈਂ ਮਰਨ ਵਰਤ ਰੱਖਦਾ। ਇਹ ਇੱਕ ਤਰੀਕਾਕਾਰ ਹੁੰਦਾ ਜਦੋਂ ਲੀਡਰਸ਼ਿਪ ਇਹ ਕੰਮ ਕਰਦੀ ਹੈ। ਪਰ ਬੀਜੇਪੀ ਦੀ ਲੀਡਰਸ਼ਿਪ ਦੇ ਵਿੱਚ ਇਹ ਗੱਲ ਨਜ਼ਰ ਨਹੀਂ ਆ ਰਹੀ। ਆਪਣਾ ਸਮਾਂ ਵੀ ਸਮਾਪਤੀ ਵੱਲ ਵਧ ਰਿਹਾ। ਹਰਮੀਤ ਸਿੰਘ ਜੀ, ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੀ ਇਸ ਵੇਲੇ ਜਿਹੜੀ ਆਪਾਂ ਸਾਰੀ ਗੱਲਬਾਤ ਕੀਤੀ ਆ, ਉਹਦੇ 'ਚ ਜਿਸ ਤਰ੍ਹਾਂ ਦਾ ਇੱਕ ਦ੍ਰਿਸ਼ ਉੱਭਰ ਕੇ ਸਾਹਮਣੇ ਆਉਂਦਾ, ਉਹਦੇ 'ਚ ਇਸ ਤਰ੍ਹਾਂ ਲੱਗਦਾ ਕਿ ਇੱਕ ਪਾਸੇ ਬੀਜੇਪੀ ਤੇ ਇੱਕ ਪਾਸੇ ਕਾਂਗਰਸ ਦੀ ਅਗਵਾਈ 'ਚ ਵਿਰੋਧੀ ਧਿਰ, ਇਹੀ ਸਿੱਧੀ ਜਿਹੜੀ ਟੱਕਰ ਹੈ ਆਉਣ ਵਾਲੇ ਸਮੇਂ 'ਚ ਸਾਨੂੰ ਲੋਕ ਸਭਾ ਚੋਣਾਂ 'ਚ ਦੇਖਣ ਨੂੰ ਮਿਲ ਸਕਦੀ ਹੈ? ਹਾਂ, ਵੱਡੇ ਧੜੇ ਤਾਂ ਇਹੀ ਹੋਣਗੇ ਲੱਗਦਾ। ਕੁਝ ਗਰੁੱਪ ਬੀਜੇਪੀ ਨਾਲ ਵੀ ਐਡਜਸਟਮੈਂਟ ਕਰਨਗੇ, ਜਿਹੜੇ ਪਹਿਲਾਂ ਵੀ ਕਿਤੇ ਕਰਦੇ ਹੀ ਨੇ, ਜਾਂਦੇ ਨੇ। ਜਿਵੇਂ ਅੰਨਾ DMK ਪਹਿਲਾਂ ਵੀ ਤਮਿਲਨਾਡੂ 'ਚ ਉਹਦੇ ਨਾਲ ਹੀ ਕਿਸੇ ਨਾ ਕਿਸੇ ਤਰ੍ਹਾਂ ਅਲਾਇੰਸ ਕਰਦੀ ਹੈ। ਯੂਪੀ ਦੇ ਵੀ ਛੋਟੇ-ਛੋਟੇ ਹੋਰ ਕਈ ਗਰੁੱਪ ਨੇ, ਕਹਿੰਦੇ ਨੇ ਕਿ ਇੱਧਰੋਂ-ਉੱਧਰੋਂ ਕਰ ਰਹੀ ਹੈ ਜਾਂ ਬੀਜੇਪੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਜਾਂ ਜੇ 2-4 ਸਟੇਟਾਂ ਦੇ ਚੀਫ ਮਿਨਿਸਟਰ ਵੀ ਬਾਹਰ ਨੇ, ਚਾਹੇ ਉਹ ਤੇਲੰਗਾਨਾ ਵਾਲਾ ਹੋਵੇ, ਚਾਹੇ ਉਹ ਆਂਧਰਾ ਪ੍ਰਦੇਸ਼ ਵਾਲਾ ਹੋਵੇ, ਔਰ ਈਵਨ ਚਾਹੇ ਉੜੀਸਾ ਵਾਲਾ ਹੋਵੇ, ਜਾਂ ਕੇਜਰੀਵਾਲ ਦੀ ਪਾਰਟੀ 2 ਚੀਫ ਮਿਨਿਸਟਰਾਂ ਵਾਲੀ ਜਿਹੜੀ ਹੈ, ਇਹ ਅਜੇ ਵਖਰੇਵੇਂ ਨੇ, ਬਿਲਕੁਲ ਇੰਡੀਪੈਂਡੈਂਟ ਰਹਿਣਗੇ। ਹੋ ਸਕਦਾ ਬਿਲਕੁਲ ਆਪਣੇ ਸਟੇਟ ਦੇ ਲਿਹਾਜ਼ ਦੇ ਨਾਲ ਉਵੇਂ ਵੀ ਰਹਿਣ, ਪਰ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਸ਼ਾਇਦ ਵੱਡੇ ਗਰੁੱਪ ਦੇ ਤੌਰ ਤੇ ਜੇਕਰ ਆਪੋਜੀਸ਼ਨ ਜਿਹੜੀ ਹੋਏਗੀ ਹੈ ਜੇ ਕਾਂਗਰਸ ਦੀ ਅਗਵਾਈ ਦੇ ਵਿੱਚ, ਉਹੀ ਬੀਜੇਪੀ ਨੂੰ ਕਾਊਂਟਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰੇਗੀ। ਸਪਲਿੰਟਰ ਗਰੁੱਪ ਰਹਿਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਵੱਡੇ ਧੜੇ ਸ਼ਾਇਦ ਉਹੀ ਹੋਣਗੇ, ਬਾਈਨਰੀ ਦੇ ਤੌਰ ਤੇ ਉਹਨਾਂ ਦੇ ਵਿੱਚ ਹੀ ਲੜਾਈ ਹੋਣ ਦੀ ਸੰਭਾਵਨਾ ਹੈ। ਇਹ ਵੈਸੇ ਵੀ ਹਰਮੀਤ ਸਿੰਘ ਜੀ, ਅਸੀਂ ਦੇਖਿਆ ਸਾਡੇ ਦੇਸ਼ ਦਾ ਜਿਹੜਾ ਵੋਟਰ ਹੈ, ਉਸ ਦਾ ਜਿਹੜਾ ਸੁਭਾਅ ਹੈ ਕਿ ਉਹ ਜਦੋਂ ਬਦਲ ਨੂੰ ਚੁਣਦਾ ਹੈ ਤਾਂ ਉਹ ਫਿਰ ਜਿਹਨੂੰ ਬਦਲ ਦੇਖਦਾ ਹੈ ਉਸੇ ਵੱਲ ਹੀ ਜਾਂਦਾ। ਬਿਲਕੁਲ, ਸਟੇਟ ਵਾਈਜ਼ ਵੀ ਇਹ ਹੋ ਜਾਂਦਾ। ਕਈ ਵਾਰ ਕੋਈ ਖੇਤਰੀ ਪਾਰਟੀ ਉਹ ਇੰਨੀ ਮਜ਼ਬੂਤ ਹੁੰਦੀ ਹੈ, ਕਿਸੇ ਨਾਲ ਵੀ ਨਾ ਹੋਵੇ, ਉਹ ਕਹਿੰਦੇ ਨੇ ਮੈਂ ਇਹਨੂੰ ਹੀ ਪਾ ਦੂੰਗਾ ਤੇ ਉਹਨੂੰ ਵੀ ਪਾ, ਜੀ ਜੀ, ਤਾਂ ਬਟ ਇੱਥੇ ਹੀ ਕਿਹਦੀ ਬਣਨੀ ਹੈ ਜੀ ਜੀ ਜੀ, ਤੁਸੀਂ ਕਰੋ, ਗੱਲ ਪੂਰੀ ਕਰ ਲਓ। ਨੈਸ਼ਨਲ ਲੈਵਲ ਤੇ ਵੀ ਉਹ ਦੇਖਦਾ ਕਿ ਸਰਕਾਰ ਕਿਹਦੀ ਬਣੂਗੀ, ਕਿਸ ਲੈਵਲ ਤੇ ਚੱਲੇਗੀ। ਔਰ ਜੇ ਤੁਸੀਂ ਲੜਾਈ ਪਹਿਲਾਂ ਹੀ ਹਾਰ ਜਾਂਦੇ ਹੋ, ਓਡੇ ਜੋਗੇ ਨਹੀਂ ਹੁੰਦੇ। ਘੱਟੋ ਘੱਟ ਜੇ ਆਪੋਜੀਸ਼ਨ ਦਾ ਵੱਡਾ ਗਰੁੱਪ ਇਕੱਠਾ ਹੁੰਦਾ ਹੈ, ਇੱਕ ਸਿਧਾਂਤਕ ਲੜਾਈ ਦਿੰਦਾ, ਤਾਂ ਲੋਕਾਂ 'ਚ ਇੱਕ ਹੌਸਲਾ ਪੈਦਾ ਹੁੰਦਾ ਉਹਦੇ ਨਾਲ। ਤਾਂ ਫਿਰ ਲੋਕ ਸ਼ਾਇਦ ਜਿਹੜੇ ਘਰ ਬੈਠੇ ਨੇ ਵੋਟ ਨਹੀਂ ਵੀ ਪਾਉਂਦੇ, ਡਰਦੇ, ਉਹ ਵੀ ਆ ਜਾਂਦੇ ਨੇ। ਉਹਦੇ ਨਾਲ ਇੱਕ ਮਾਹੌਲ ਬਦਲਦਾ। ਜੀ ਜਦੋਂ ਮਾਹੌਲ ਬਦਲਦਾ ਉਦੋਂ ਹੀ ਜਿੱਤ ਹਾਰ ਦਾ ਫੈਸਲਾ ਮੇਰਾ ਖਿਆਲ ਹੈ ਇੱਕ ਹੋਰ ਤਰੀਕੇ ਨਾਲ ਹੁੰਦਾ ਹੈ, ਨਾਰਮਲ ਮਾਹੌਲ ਤੋਂ ਵੱਖਰਾ। ਇੱਥੇ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਹੈ। ਜਿਸ ਤਰ੍ਹਾਂ ਹਰਮੀਤ ਸਿੰਘ ਹੁਣੀ ਕਹਿ ਰਿਹਾ ਕਿ ਜਦੋਂ ਮਾਹੌਲ ਬਦਲਦਾ ਹੈ, ਤੇ ਅਸੀਂ ਦੇਖ ਰਹੇ ਹਾਂ ਕਿ ਦੇਸ਼ ਵਿੱਚ ਇਸ ਵੇਲੇ ਇੱਕ ਮਾਹੌਲ ਬਦਲਣ ਦਾ ਜਿਹੜਾ ਸਿਲਸਿਲਾ ਹੈਗਾ ਉਹ ਸ਼ੁਰੂ ਹੋਇਆ। ਉਹ ਅੱਗੇ ਕਿੱਥੋਂ ਤੱਕ, ਕਿਸ ਤਰ੍ਹਾਂ ਅੱਗੇ ਵੱਧਦਾ, ਉਸ ਦਾ ਜਿਹੜਾ ਜ਼ਿਆਦਾ ਸਪਸ਼ਟਤਾ ਜਿਹੜੀ ਹੈ ਉਹ ਬੰਗਲੌਰ 'ਚ ਜਿਹੜੀ ਮੀਟਿੰਗ ਹੋ ਰਹੀ ਹੈ ਵਿਰੋਧੀ ਪਾਰਟੀਆਂ ਦੀ, ਉਹਦੇ ਤੋਂ ਸਪਸ਼ਟ ਹੋਏਗਾ ਜਦੋਂ ਉਹ ਆਪਣਾ ਕਾਮਨ ਮਿਨੀਮਮ ਪ੍ਰੋਗਰਾਮ ਲੈ ਕੇ ਅੱਗੇ ਆਉਣਗੇ ਤੇ ਆਪਣੇ ਜਿਹੜਾ ਉਹਨਾਂ ਦਾ ਫਰੰਟ ਹੋਏਗਾ ਉਸ ਦਾ ਨਾਂ ਸਾਹਮਣੇ ਆਏਗਾ। ਫਰੰਟ ਨੂੰ ਕੌਣ ਕਨਵੀਨਰ ਹੋਏਗਾ, ਇਹ ਸਾਰੀਆਂ ਜਦੋਂ ਚੀਜ਼ਾਂ ਸਾਹਮਣੇ ਆਉਣਗੀਆਂ ਤਾਂ ਲੋਕਾਂ 'ਚ ਇੱਕ ਜਿਹੜਾ ਇਸ ਵੇਲੇ ਮਾਹੌਲ ਬਣਿਆ ਉਸ ਨੂੰ ਹੋਰ ਵੀ ਵੱਡਾ ਹੁਲਾਰਾ ਮਿਲੇਗਾ। ਇੱਥੇ ਹੀ ਅਸੀਂ ਆਪਣੀ ਗੱਲਬਾਤ ਨੂੰ ਸਮਾਪਤ ਕਰਨੇ ਹਾਂ। ਦੋਸਤੋ, ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ, ਜੇ ਤੁਹਾਡੀ ਇਹ ਸਾਰੀ ਗੱਲਬਾਤ ਬਾਰੇ ਕੋਈ ਆਪਣੀ ਰਾਏ ਹੋਵੇ, ਕੋਈ ਟਿੱਪਣੀ ਹੋਵੇ, ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ ਤੁਸੀਂ ਸਾਡੇ YouTube ਦੇ ਜਿਹੜੇ ਕਮੈਂਟ ਬਾਕਸ ਹੈ ਉੱਥੇ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਪ੍ਰੋਗਰਾਮ 'ਚ ਜੇ ਤੁਹਾਡੀਆਂ ਕੋਈ ਟਿੱਪਣੀਆਂ, ਕੋਈ ਰਾਏ ਹੋਵੇ ਤਾਂ ਉਸ ਨੂੰ ਵੀ ਜ਼ਰੂਰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾਵੇ। ਤਾਂ ਇੱਥੇ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਨਾਲ ਸਾਡੀ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ, ਤੇ ਜੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ। ਹਰਮੀਤ ਸਿੰਘ ਜੀ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ, ਸ਼ੁਕਰੀਆ।